स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट राजीव भास्कर। भास्कर साहब वेलकम। बहुत बहुत शुक्रिया रंधावा जी। भास्कर साहब, मैनू हुण पता लगदा कि वीकेंड तो बाद यूरोप वालियां नूं और अमेरिका महादीप वालियां नूं काम ते जाना क्यों इन्ना औखा लगदा। हुण अंदाजा हुंदा है कि 2 छुट्टियां तो बाद नियाणे स्कूले जाण तो क्यों चालू हुंदे। मैं भी एक छुट्टी तो बाद अज औखा जिहा हो के कैमरे सामने आ। चलो सियासत दीयां गल्लां करदे आ। हुण ये बड़ा दिलचस्प आ कि जे मुख मंत्री दा भरा ਉਹ ਆਜ਼ਾਦ ਲੜੇ ਜਾਂ ਬੀਜੇਪੀ ਵੱਲੋਂ ਲੜੇ, ਜੇ ਕੁੜਮ ਇੱਧਰ ਉੱਧਰ ਜਾ ਵੜੇ, ਜੇ ਰਾਣੇ ਗੁਰਜੀਤ ਸਿੰਘ ਵਰਗੇ ਧਨੰਤਰ ਦਾ ਪੁੱਤ ਵੇਰ ਜੇ ਫੇਰ, ਤੇ ਫਿਰ ਜੇਕਰ ਭਰਾਵਾਂ ਨਾਲ ਭਰਾ ਲੜਦੇ ਹੋਣ, ਦਿਲਚਸਪ ਬਹੁਤ ਹੋ ਗਿਆ। ਭਗਵੰਤਪਾਲ ਸਿੰਘ ਸੱਚਰ ਮਜੀਠਿਓਂ ਆਪਣੀ ਟਿਕਟ ਫਾਈਨਲ ਮੰਨਦੇ ਸੀ। ਤੁਸੀਂ ਭਗਵੰਤਪਾਲ ਸੱਚਰ ਨੂੰ ਜੇ ਕਦੇ ਵੀ ਦਰਬਾਰ ਸਾਹਿਬ ਦੇ ਬਹੁਤ ਸਵੇਰੇ ਸਾਜਰੇ 4 ਵਜੇ ਕਦੇ ਵੀ ਤੁਸੀਂ ਦੇਖ ਸਕਦੇ ਸੀ, ਧਾਰਮਿਕ ਖੇਤਰ ਦੇ ਵਿੱਚ ਨਾ ਹੋ ਕੇ ਵੀ ਧਰਮੀ ਜਿਹਾ ਬੰਦਾ ਅੱਜ ਕਾਂਗਰਸ ਛੱਡ ਕੇ ਬੀਜੇਪੀ ਨਾਲ ਚਲੇ ਗਿਆ। ਕਦੇ ਆਰਐਸਐਸ ਦੇ ਖਿਲਾਫ ਖੜੇ ਹੋਣ ਵਾਲੇ ਬਹੁਤ ਸਾਰੇ ਸਿੱਖ ਜਮਾਤਾਂ ਨਾਲ ਜੁੜੇ ਲੋਕ ਅੱਜ ਆਰਐਸਐਸ ਦੀ ਮੇਨ ਜਮਾਤ ਦੇ ਨਾਲ ਜੱਫੀ 'ਚ ਨੇ। ਪੋਲਿਟਿਕਸ ਦਿਲਚਸਪ ਹੁੰਦੀ ਆ, ਲੇਕਿਨ ਇੰਨੀ ਦਿਲਚਸਪ ਹੁੰਦੀ ਆ ਮੈਨੂੰ ਨਹੀਂ ਸੀ ਪਤਾ। ਸੱਚੀਓ ਮੈਂ ਕਈ ਵਾਰੀ ਹੁਣ ਮਹਿਸੂਸ ਕਰਦਾ ਕਿ ਅਸੀਂ ਤਾਂ ਨਿਆਣੇ ਹੀ ਰਹੇ, ਐਵੇਂ ਗੱਪਾਂ ਗੁੱਪਾਂ ਹੀ ਮਾਰਦੇ ਰਹਿੰਦੇ ਆ, ਸਾਡੇ ਪੱਲੇ ਹੈ ਨਹੀਂ ਕੱਖ। ਮਿੱਤਰੋ, ਆਉਂਦੇ ਦਿਨਾਂ ਦੇ ਵਿੱਚ ਜ਼ਰੂਰ ਦੇਖਿਓ ਕੀ ਕੁਝ ਗੁੱਲ ਖੇਡਣ ਵਾਲੇ ਆ। ਮੇਰੀ ਪੰਜਾਬੀ 'ਚ ਹਿੰਦੀ ਮਿਕਸ ਹੋ ਜੇ, ਬੁਰਾ ਨਾ ਮੰਨਿਆ ਕਰੋ। ਤੇ ਪੰਜਾਬੀ ਸਾਡੀ ਬਹੁਤ ਤਗੜੀ ਭਾਸ਼ਾ ਹੈ। ਭਾਸਕਰ ਸਾਹਿਬ, ਕਾਂਗਰਸ ਨੇ ਦਿੱਤੀ ਟਿਕਟ, ਬੜੀ ਬੇਰਸੀ ਜੀ ਸੀ, ਕਹਿੰਦੇ ਬੜੀਆਂ ਟਿਕਟਾਂ ਕੱਟਣੀਆਂ, ਨਵੇਂ ਚਿਹਰਿਆਂ ਨੂੰ ਟਿਕਟਾਂ ਦੇਣਗੇ। ਕੁੱਲ ਮਿਲਾ ਕੇ ਬਹੁਤਾ ਕੁਝ ਨਹੀਂ ਵਾਪਰਿਆ। ਉਹ ਕਹਿੰਦੇ ਸਿੱਧੂ ਨੂੰ ਟਿਕਟਾਂ ਬੜੀਆਂ ਮਿਲ ਗਈਆਂ। ਬੰਦਾ ਪੁੱਛੇ, ਬੰਦਾ ਅਮਰੀਕਾ ਜਾਣਾ ਚਾਹੁੰਦਾ ਹੋਵੇ, ਉਹਨੂੰ ਕਹਿਣ ਚੱਲ ਸਿੰਗਾਪੁਰ ਵੀ ਉਦਾਂ ਦਾ ਹੀ ਆ, ਉਦਾਂ ਹੀ ਉੱਚੀਆਂ ਬਿਲਡਿੰਗਾਂ ਨੇ, ਬੀਚਸ ਵੀ ਸੇਮ ਹੀ ਨੇ, ਚੱਲ ਤੈਨੂੰ ਉੱਥੋਂ ਘੁਮਾ ਲਿਆਉਂਦੇ। ਨਵਜੋਤ ਸਿੰਘ ਸਿੱਧੂ ਕਹਿੰਦਾ ਭਾਈ ਚਿਹਰਾ ਅਨਾਉਂਸ ਕਰੋ ਮੇਰਾ, ਉਹਨੂੰ ਕਹਿੰਦੇ ਚੱਲ ਤੇਰੇ 4 ਬੰਦੇ ਦੇ ਦਿੱਤੇ, ਤੈਨੂੰ ਸਿੱਧੂ ਮੂਸੇਵਾਲਾ ਵੀ ਦੇਤਾ, ਚੱਲ ਤੈਨੂੰ ਸੋਨੂ ਸੂਦ ਦੀ ਭੈਣ ਵੀ ਤੇਰੇ ਖਾਤੇ 'ਚ ਪਾ ਦਿੰਦੇ ਆ, ਚੱਲ ਹੋਰ ਕਹਿਣਾ ਤੇ ਅਟਾਰੀ ਵਾਲੀ ਸੀਟ ਤੇ ਵੀ ਵੇਖ ਲਾਂਗੇ। ਭਾਸਕਰ ਸਾਹਿਬ ਸਮਝਾਇਓ ਮੈਨੂੰ, ਮੇਰਾ ਬਹੁਤਾ ਬੋਲਣ ਨੂੰ ਅੱਜ ਜੀ ਨਹੀਂ ਜੇ ਕਰਦਾ, ਕਿਉਂਕਿ ਮੇਰੇ ਕੋਲ ਬੋਲਣ ਲਈ ਕੱਖ ਹੈ ਨਹੀਂ ਤੇ ਤੁਹਾਡੇ ਕੋਲ ਭੰਡਾਰ ਭਰੇ ਪਏ ਆ। ਪੰਜਾਬ ਦੇ ਵਿੱਚ ਰਾਜਨੀਤੀ ਏਦਾਂ ਫੈਲਦੀ ਜਾਂਦੀ ਆ ਜਿਵੇਂ ਪਾਣੀ ਦੇ ਵੱਡੀ ਜਗ੍ਹਾ ਦੇ ਵਿੱਚ ਥੋੜਾ ਜਿਹਾ ਦੁੱਧ ਮਿਲਾ ਦਿਓ, ਪਤਾ ਹੀ ਨਹੀਂ ਲੱਗਦਾ ਕੌਣ ਕਿੱਦਾਂ ਹੋ ਜਾਂਦਾ, ਚਿੱਟਾ ਚਿੱਟਾ ਹੀ ਹੋ ਗਿਆ ਸਾਰਾ, ਟਰਾਂਸਪੇਰੈਂਟ ਕੁਛ ਨਹੀਂਗਾ, ਸਭ ਧੁੰਦਲਕਾ ਹੀ ਆ। ਧੁੰਦ ਵੈਸੇ ਘੱਟ ਹੀ ਪਈ ਇਹਨਾਂ ਦਿਨਾਂ 'ਚ, ਕਹਿੰਦੇ ਠੰਡ ਪੂਰੀ ਪਊਗੀ, ਲੇਕਿਨ ਠੰਡ ਦੇ ਵਿੱਚ ਜੇ ਸਿਆਸਤ ਦੀ ਗਰਮੀ ਨੂੰ ਪਰਿਭਾਸ਼ਿਤ ਕਰਨਾ ਤੇ ਤੁਹਾਡੇ ਤੋਂ ਕੌਣ ਵਧੀਆ ਕਰੂ, ਦੱਸਿਓ ਜ਼ਰਾ। ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਕੱਲ ਦੁਪਹਿਰੀ ਜਦ ਲਿਸਟ ਆਈ ਨਾ ਕਾਂਗਰਸ ਦੀ, ਬੜੀ ਐਕਸਾਈਟਮੈਂਟ ਸੀਗੀ, ਕਿਉਂਕਿ 2-3 ਦਿਨ ਤੋਂ ਇਦਾਂ ਦੀ ਖਬਰਾਂ ਚੱਲ ਰਹੀ ਸੀ, ਅੱਜ ਆਈ ਲੋ ਆ ਗਈ ਲਿਸਟ। ਦੇਖਣ ਤੋਂ ਦਿਲ ਤੇ ਕਰਦਾ ਵੀ 86 ਕੈਂਡੀਡੇਟ ਕਾਂਗਰਸ ਨੇ ਇੱਕ ਝਟਕੇ ਦੇ ਵਿੱਚ ਐਲਾਨ ਤੇ, ਉਹ ਵੀ ਤਦ ਜਦ ਖਬਰਾਂ ਚੱਲ ਰਹੀ ਸੀ ਜਿਹੜੀ ਇਸ ਇਲੈਕਸ਼ਨ ਕਮੇਟੀ ਸੀ, ਸੈਂਟਰਲ ਇਲੈਕਸ਼ਨ ਕਮੇਟੀ, ਉਹਦੇ ਵਿੱਚ ਕਹਿੰਦੇ ਆ ਵੀ ਜੋਤੀ ਨਹੀਂ ਵੱਜਿਆ ਪਰ ਲੜਾਈਆਂ ਤੇ ਪੂਰੀਆਂ ਹੋਈਆਂ, ਬਹਿਸਬਾਜ਼ੀ, ਤੂੰ ਮੈਂ, ਬਹੁਤ ਕੁਝ ਹੋਇਆ ਉੱਥੇ। ਭਾਵੇਂ ਉਹ ਵਰਚੁਅਲ ਸੀਗਾ, ਜੇ ਵਰਚੁਅਲ ਨਾ ਹੁੰਦਾ ਤੇ ਸ਼ਾਇਦ ਬਹੁਤ ਸਾਰੀ ਗੱਲਾਂ ਇੱਦਾਂ ਦੀ ਵਾਪਰਨੀ ਸੀ ਜਿਹਦੇ ਵਿੱਚ ਕਾਂਗਰਸ ਦੀ ਇਹ ਲਿਸਟ ਹੋਰ ਅੱਗੇ ਜਾ ਸਕਦੀ ਸੀ। ਚਲੋ ਆ ਗਈ ਲਿਸਟ, ਦੇਖੀ ਲਿਸਟ। ਉਸ ਲਿਸਟ ਨੂੰ ਦੇਖਣ ਤੋਂ ਬਾਅਦ ਮਾੜਾ ਜਿਹਾ ਵੀ, ਜਿਹਨੂੰ ਕਹਿੰਦੇ ਆ ਨਾ ਕਿ ਵੀ ਐਂਥੂਜ਼ੀਆਜ਼ਮ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ, ਜਾਂ ਫਿਰ ਕੋਈ ਤੁਹਾਡੇ ਅੰਦਰ ਕੋਈ ਉਤਸ਼ਾਹ ਆਏ ਕਿ ਵਾਹ ਕਾਂਗਰਸ ਨੇ ਕੀ ਕੈਂਡੀਡੇਟ ਦਿੱਤੇ ਨੇ, ਕਮਾਲ ਕਰਤਾ, ਕਾਂਗਰਸ ਤੇ ਗਈ ਜਿੱਤ। ਲੇਕਿਨ ਕੁਝ ਵੀ ਇਸ ਤਰ੍ਹਾਂ ਨਹੀਂ ਸੀ, ਸਾਰੇ ਉਹੀ ਪੁਰਾਣੀ ਸ਼ਰਾਬ, ਨਵੀਂ ਬੋਤਲ, ਉਹੀ ਘਿਸੇ ਪਿਟੇ ਕੈਂਡੀਡੇਟ, ਉਹੀ ਕੌਂਸਟੀਚੁਐਂਸੀਆਂ ਤੋਂ, ਯਾਨੀ ਨਵੇਂ ਸਿਰਫ 4 ਕੈਂਡੀਡੇਟ 5 ਕੈਂਡੀਡੇਟ ਨਵੇਂ ਸੀਗੇ। ਉਹਨਾਂ ਨਵਿਆਂ ਵਿੱਚ ਵੀ ਕੋਈ ਇੱਦਾਂ ਦੀ ਗੱਲ ਨਹੀਂ ਸੀ, ਕਿਉਂਕਿ ਰਵਿੰਦਰ ਰੂਬੀ ਜਿਨ੍ਹਾਂ ਨੂੰ ਮਲੋਟ ਤੋਂ ਟਿਕਟ ਦਿੱਤੀ ਹੈ, ਉਹ ਪਹਿਲੇ ਆਮ ਆਦਮੀ ਪਾਰਟੀ ਦੀ ਬੋਤਲ ਦੇ ਵਿੱਚ, ਜਿੱਦਾਂ ਆਪਾਂ ਨਵੀਂ ਸ਼ਰਾਬ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲੇ ਮਾਲਵਿਕਾ ਸੂਦ, ਉਹਨਾਂ ਦੇ ਬਾਰੇ 'ਚ ਤਕਰੀਬਨ ਇਹ ਪਤਾ ਹੀ ਸੀਗਾ ਕਿ ਹੁਣ ਤੇ ਹਰਜੋਤ ਕਮਲ ਦੀ ਛੁੱਟੀ ਹੋ ਗਈ। ਤੇ ਮੂਸੇਵਾਲੇ ਦੇ ਉੱਤੇ ਥੋੜਾ ਜਿਹਾ ਡਾਊਟ ਤੋਂ ਜਸਵਿੰਦਰ ਨੂੰ ਦੇਖ ਕੇ ਹੁੰਦਾ ਸੀਗਾ, ਪਰ ਉਹ ਵੀ ਚਲੋ ਸਾਡਾ ਵਹਿਮ ਨਿਕਲ ਗਿਆ। ਫਿਰ ਇੱਕ ਮੇਰੇ ਖਿਆਲ ਨਾਲ ਇੱਕ ਕੁ ਟਿਕਟ ਉਹਨਾਂ ਨੇ ਹੋਰ ਏਦਾਂ ਦੀ ਦਿੱਤੀ ਹੈ ਜਿਹਦੇ ਵਿੱਚ ਕਹੀਏ ਕਿ ਵੀ 4 ਉਹਨਾਂ ਨੇ ਮੈਂ ਰੋਕ ਲੈਣਾ। ਪਹਿਲੀ ਗੱਲ ਤਾਂ ਤੁਸੀਂ ਸ਼ਰਾਬ ਵਾਲੀ ਗੱਲ ਹੀ ਗਲਤ ਕਰਦੇ ਹੋ। ਦੇਖੋ, ਪੰਜਾਬ ਦੇ ਰੈਵਨਿਊ ਨੂੰ ਸਾਰਾ ਸ਼ਰਾਬ ਤੇ ਰੋਕ ਲਿਆ ਜਾਂਦਾ, ਕਹਿੰਦੇ ਸ਼ਰਾਬ ਕਾਰਪੋਰੇਸ਼ਨ ਬਣਾਓ। ਸਿੱਧੂ ਸਾਹਿਬ ਵੀ ਕਹਿੰਦੇ ਸ਼ਰਾਬ ਕਾਰਪੋਰੇਸ਼ਨ ਬਣਾਵਾਂਗੇ, ਪੰਜਾਬ ਦਾ ਖਜ਼ਾਨਾ ਭਰ ਦਿਆਂਗੇ, ਲੀਕੇਜ ਬੰਦ ਕਰ ਦਿਆਂਗੇ। ਜਾਖੜ ਸਾਹਿਬ ਕਹਿੰਦੇ ਨਾ, ਸਿੱਧੂ ਸਾਹਿਬ ਦਾ ਬੁਨਿਆਦੀ
ਜਿਹੜਾ ਮਾਡਲ ਹੀ ਗਲਤ ਆ। ਅਸੀਂ ਸ਼ਰਾਬ ਪਿਆ ਪਿਆ ਥੋੜੀ ਖਜ਼ਾਨੇ ਭਰਨੇ ਆ, ਚਲੋ ਇਹਨੂੰ ਵੀ ਛੱਡ ਲੈਨੇ ਆ। ਪਰ ਮੈਂ ਆਮ ਬੰਦੇ ਦੇ ਨਜ਼ਰੀਓਂ ਗੱਲ ਕਰਦਾ ਹਾਂ, ਤੁਸੀਂ ਕਿੱਦਾਂ ਕਹਿੰਦੇ ਹੋ ਕਿ ਪੁਰਾਣੀ ਸ਼ਰਾਬ ਨਵੀਂ ਬੋਤਲ, ਕਈਆਂ ਨੂੰ ਤਾਂ ਸੇਮ ਸ਼ਰਾਬ ਪੀਣ ਦੀ ਆਦਤ ਪੈ ਜਾਂਦੀ ਆ। ਘਰ ਦੀ ਕੱਢੀ ਵਾਲਿਆਂ ਨੂੰ ਪੁੱਛ ਲਓ ਕਿੰਨਾ ਕੁ ਫਰਕ ਪੈਂਦਾ, ਦੋ ਚਾਰ ਚੀਜ਼ਾਂ ਇੱਧਰੋਂ ਉੱਧਰੋਂ ਪਾ ਕੇ ਕਹਿੰਦੇ ਸਵਾਦ ਬਦਲ ਗਿਆ। ਮੈਂ ਜ਼ਰੂਰ ਇਸ ਗੱਲ ਤੇ ਜਾਣਾ ਹੈ ਕਿ ਮੈਨੂੰ ਲਾਡੀ ਬਾਰੇ ਦੱਸਿਓ, ਬਲਵਿੰਦਰ ਲਾਡੀ ਬਾਰੇ। ਆ ਮੁੱਛਾਂ ਵੀ ਬਣਾਈਆਂ, ਲੱਸੀ ਤੋਂ ਵੀ ਗਏ। ਇਹ ਕੀ ਹੁੰਦਾ ਜੀ? ਇੰਜ ਨਹੀਂ ਹੋਣਾ ਚਾਹੀਦਾ। ਦੇਖੋ ਪਹਿਲਾਂ ਤੁਸੀਂ ਜੇ ਬੰਦਾ ਚਲੇ ਗਿਆ ਫਿਰ ਮਨਾ ਕੇ ਕਿਉਂ ਲਿਆਏ, ਤੇ ਜੇ ਮਨਾ ਕੇ ਲਿਆਏ ਤੇ ਬਾਅਦ ਚੇਂਜ ਕਰਨਾ ਕੁਝ ਆਏ ਜਾਂਦਾ। ਬੰਦੇ ਵਾਲੀ ਗੱਲ ਨਹੀਂ, ਸਿਆਸਤ ਦੇ ਵੀ ਅਸੂਲ ਹੁੰਦੇ ਆ। ਅਸੂਲ ਤੋਂ ਬਿਨਾਂ ਸਿਆਸਤ ਦਾ ਕੁਝ ਨਹੀਂ ਹੁੰਦਾ। ਖੈਰ ਸਿਆਸਤ ਦੇ ਕਿਹੜੇ ਅਸੂਲ ਹੁੰਦੇ ਦੱਸਿਓ ਜ਼ਰਾ। ਰੂਲ ਤੇ ਤੋੜਿਆ ਜੀ, ਸਿਆਸਤ ਦੇ ਮਾੜੇ ਮੋਟੇ ਜਿਹੇ ਅਸੂਲ ਹੁੰਦੇ ਨੇ। ਬਈ ਬੰਦਾ ਗਿਆ ਸੀਗਾ ਭਾਜਪਾ ਦੇ ਝੰਡੇ ਥੱਲੇ, ਹਜੇ ਛਾਵੇਂ ਬੈਠਿਆ ਹੀ ਸੀਗਾ, ਤੁਸੀਂ ਸੱਦ ਲਿਆ ਵੀ ਵਾਪਸ ਆ ਜਾ ਸਾਡੇ ਝੰਡੇ ਥੱਲੇ, ਆ ਗਿਆ ਜੀ। ਔਰ ਗੱਲਾਂ ਵੀ ਏਦਾਂ ਦੀ ਖਬਰਾਂ ਵੀ ਲੱਗ ਗਈਆਂ, ਲੌਟ ਕੇ ਬੁੱਧੂ। ਯਾਨੀ ਉਹ ਜਿਹੜੀ ਗੱਲਾਂ ਕਰਨ ਤੋਂ ਬਾਅਦ ਲੱਗਦਾ ਸੀਗਾ ਕਿ ਵੀ ਲਾਡੀ ਉਹਨਾਂ ਨੂੰ, ਚੰਨੀ ਉਹਨਾਂ ਨੇ ਕੰਨ 'ਚ ਕੋਈ ਫੂਕ ਮਾਰਤੀ ਹੈ ਵੀ ਤੇਰੀ ਟਿਕਟ ਪੱਕੀ ਹੈ, ਹੁਣ ਆ ਜਾ, ਆ ਗਿਆ। ਪਰ ਜਿਹੜਾ ਕੁਝ ਲਾਡੀ ਉਹਨਾਂ ਦੇ ਨਾਲ ਹੋਇਆ, ਨਾ ਤੇ ਭਾਜਪਾ ਦੇ ਝੰਡੇ ਦੀ ਛਾਂ ਲੈ ਪਏ ਔਰ ਨਾ ਵਾਪਸੀ ਦੇ ਵਿੱਚ ਕੁਝ ਮਿਲ ਪਾਇਆ। ਜਿੱਦਾਂ ਉਹ ਲੱਸੀ ਵਾਲੀ ਗੱਲ ਤੁਸੀਂ ਕੀਤੀ ਹੈ ਨਾ, ਕਿ ਵੀ ਉਹ ਬਿਲਕੁਲ ਏਦਾਂ ਦੀ ਹੈਗੀ। ਪਰ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਬਲਵਿੰਦਰ ਲਾਡੀ ਉਹਨਾਂ ਦੀ, ਜਿਸ ਤਰੀਕੇ ਨਾਲ ਕੱਲ ਟਿਕਟ ਕੱਟੇ ਜਾਣ ਤੋਂ ਬਾਅਦ ਉਹਨਾਂ ਨੇ ਮੀਡੀਆ ਨੂੰ ਫੇਸ ਕੀਤਾ ਔਰ ਇਹ ਗੱਲ ਕਹੀ, ਕੋਈ ਗੱਲ ਨਹੀਂ, ਟਿਕਟ ਨਹੀਂ ਮਿਲੀ, ਪਾਰਟੀ ਦੀ ਸੇਵਾ ਕਰਾਂਗੇ, ਪਾਰਟੀ ਦੇ ਵਿੱਚ ਰਵਾਂਗੇ। ਏਦਾਂ ਦੇ ਬਹੁਤ ਘੱਟ ਬੰਦੇ ਕਹਿੰਦੇ ਨੇ। ਪਰ ਚਲੋ ਉਹ ਕੱਲ ਸੀਗਾ, ਅੱਜ ਉਹਨਾਂ ਦੇ ਵੀ ਸੁਰ ਚੇਂਜ ਸੀਗੇ। ਅੱਜ ਉਹ ਕਹਿੰਦੇ ਨੇ ਮੈਂ ਆਪਣੇ ਸਮਰਥਕਾਂ ਨਾਲ ਗੱਲ ਕੀਤੀ ਹੈ, ਜੋ ਡਿਸਾਈਡ ਕਰਨਗੇ ਮੈਂ ਉਹ ਕਰੂੰਗਾ। ਹੁਣ ਉਹ ਕੀ ਡਿਸਾਈਡ ਕਰਦੇ ਨੇ ਇਹਦਾ ਵੀ ਖੁਲਾਸਾ ਅੱਜ ਸ਼ਾਮ ਜਾਂ ਕੱਲ ਸਵੇਰ ਤੱਕ ਹੋ ਹੀ ਜਾਏਗਾ। ਪਰ ਜਿਹੜੇ ਬਾਗੀਆਂ ਦੀ ਲਿਸਟ ਦੇ ਵਿੱਚ ਜਿਨ੍ਹਾਂ ਦੇ ਨਾਂ ਆਏ ਨਾ, ਉਹਦੇ ਵਿੱਚ ਤੁਸੀਂ ਦੇਖੋ ਕਿ ਮੁੱਖ ਮੰਤਰੀ ਚੰਨੀ ਉਹਨਾਂ ਦੇ ਸਕੇ ਭਰਾ ਡਾਕਟਰ ਮਨੋਹਰ ਸਿੰਘ, ਉਹ ਜਿਹੜੇ ਬਸੀ ਪਠਾਣਾ ਤੋਂ ਟਿਕਟ ਮੰਗਦੇ ਸੀਗੇ, ਉਹ ਵੀ ਬਾਗੀਆਂ ਦੀ ਲਿਸਟ ਦੇ ਵਿੱਚ ਆ ਗਏ ਨੇ। ਔਰ ਉਹ ਕਹਿੰਦੇ ਨੇ ਮੈਂ ਇੰਡੀਪੈਂਡੈਂਟ ਚੋਣਾਂ ਲੜੂੰਗਾ। ਹੋ ਸਕਦਾ ਭਾਜਪਾ 'ਚ ਹੀ ਚਲੇ ਜਾਣ। ਜੇ ਮੁੱਖ ਮੰਤਰੀ ਦਾ ਸੱਕਾ ਭਰਾ ਭਾਜਪਾ ਤੋਂ ਇਲੈਕਸ਼ਨ ਲੜੇ ਤੇ ਮੈਨੂੰ ਇਹ ਲੱਗਦਾ ਹੈ ਕਿ ਇੱਕ ਸੁਰਖੀਆਂ ਤੇ ਜ਼ਰੂਰ ਬਣਨਗੀਆਂ ਕਾਫੀ ਸਾਰੀ, ਔਰ ਕਾਫੀ ਸਾਰੇ ਮੀਡੀਆ ਕਰਮੀਆਂ ਨੂੰ ਇੱਕ ਮਸਾਲਾ ਵੀ ਪੂਰਾ ਮਿਲੇਗਾ। ਦੂਜੇ ਪਾਸੇ ਉਹਨਾਂ ਦੇ ਕੁੜਮ, ਮੁੱਖ ਮੰਤਰੀ ਚੰਨੀ ਉਹਨਾਂ ਦੇ ਕੁੜਮ, ਯਾਨੀ ਉਹਨਾਂ ਦੇ ਭਰਾ ਦੇ ਕੁੜਮ ਤੇ ਉਹਨਾਂ ਦੇ ਵੀ ਕੁੜਮ ਹੋ ਗਏ, ਮਹਿੰਦਰ ਸਿੰਘ ਕੇਪੀ, ਜੇ ਕਦੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀਗੇ, ਉਹ ਵੀ ਕਹਿੰਦੇ ਨੇ ਮੈਂ ਹੁਣ ਇੰਡੀਪੈਂਡੈਂਟ ਲੜੂੰਗਾ ਜਾਂ ਭਾਜਪਾ ਦੀ ਟਿਕਟ ਤੇ ਲੜੂੰਗਾ, ਮੇਰੇ ਸਮਰਥਕ ਫੈਸਲਾ ਕਰਨਗੇ। ਔਰ ਕੱਲ ਦੀ ਤਰੀਕ ਤੈਅ ਕਰ ਲਈ ਉਹਨਾਂ ਨੇ ਕਿ ਮੈਂ ਕੱਲ ਫੈਸਲਾ ਕਰ ਲੂੰਗਾ ਮੈਂ ਕਿੱਥੋਂ ਤੇ ਕਿਸ ਦੀ ਟਿਕਟ ਤੇ ਕਿੱਦਾਂ ਲੜਨਾ ਹੈ। ਉਹ ਵੀ ਗਏ। ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਹੈਗੇ ਨੇ, ਉਹਨਾਂ ਦੇ ਬੇਟੇ ਟਿਕਟ ਮੰਗਦੇ ਸੀਗੇ ਜਿਨ੍ਹਾਂ ਦਾ ਨਾਂ ਹੈਗਾ ਇੰਦਰ ਪ੍ਰਤਾਪ ਸਿੰਘ, ਰਾਣਾ ਇੰਦਰ ਪ੍ਰਤਾਪ ਸਿੰਘ। ਉਹ ਸੁਲਤਾਨਪੁਰ ਲੋਧੀ ਤੋਂ ਟਿਕਟ ਮੰਗਦੇ ਸੀ ਔਰ ਉਹਨਾਂ ਦਾ ਕਲੇਮ ਵੀ ਬੜਾ ਸਟਰੋਂਗ ਸੀਗਾ, ਕਿਉਂਕਿ ਉਸ ਕਨਸਟੀਚੁਐਂਸੀ ਦੇ ਵਿੱਚ ਤਕਰੀਬਨ ਉਹਨਾਂ ਨੇ ਆਪਣੀ ਪੂਰੀ ਪਕੜ ਬਣਾ ਲਈ ਸੀ। ਜੇ ਅਗਰ ਇਹ ਟਿਕਟ ਚੇਂਜ ਕਰਦੇ ਤੇ ਮੈਨੂੰ ਲੱਗਦਾ ਹੈ ਕਿ ਵੀ ਰਾਣਾ ਇੰਦਰ ਪ੍ਰਤਾਪ ਸਿੰਘ ਇੱਕ ਸਟਰੋਂਗ ਕੈਂਡੀਡੇਟ ਸੁਲਤਾਨਪੁਰ ਲੋਧੀ ਤੋਂ ਹੋ ਸਕਦੇ ਸੀਗੇ। ਪਰ ਟਿਕਟ ਨਹੀਂ ਮਿਲੀ। ਪਰ ਉਹਨਾਂ ਨੇ ਵੀ ਅੱਜ ਤਕਰੀਬਨ ਐਲਾਨ ਕਰ ਹੀ ਦਿੱਤਾ ਕਿ ਮੈਂ ਇੰਡੀਪੈਂਡੈਂਟ ਲੜੂੰਗਾ। ਚਲੋ ਭਾਜਪਾ ਦਾ ਦਾਮਨ ਨਹੀਂ ਫੜਨਗੇ, ਇਸ ਗੱਲ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ, ਪਰ ਇੰਡੀਪੈਂਡੈਂਟ ਲੜਾਂਗੇ। ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇੰਡੀਪੈਂਡੈਂਟ ਲੜੋਗੇ, ਤੁਹਾਡੇ ਫਾਦਰ ਸਾਹਿਬ ਜਿਹੜੇ ਹੈਗੇ ਨੇ ਉਹ ਕੈਬਨਿਟ ਮੰਤਰੀ ਆ, ਉਹ ਕਪੂਰਥਲਾ ਤੋਂ ਕਾਂਗਰਸ ਦੀ ਟਿਕਟ ਤੇ ਲੜਨਗੇ, ਤੇ ਉਹਨਾਂ ਦਾ ਕਹਿਣਾ ਸੀਗਾ ਕਿ ਕਿਉਂਕਿ ਗਲਤੀ ਨਾਲ ਟਿਕਟ ਉਹ ਨਵਤੇਜ ਚੀਮਾ ਨੂੰ ਦੇ ਦਿੱਤੀ ਗਈ ਹੈ ਔਰ ਸਾਰੇ ਸਰਵੇ, ਸਾਰੀ ਗਰਾਊਂਡ ਰਿਐਲਿਟੀਜ਼ ਇਹ ਗੱਲ ਦਰਸਾ ਰਹੀ ਹੈ ਕਿ ਉਹਨਾਂ ਦੀ ਜਿੱਤ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਸਕਦੀ। ਇਸ ਕਰਕੇ ਕਾਂਗਰਸ ਦੀ ਹਿਊਮਿਲੇਟਿੰਗ ਡਿਫੀਟ ਨੂੰ ਬਚਾਉਣ ਵਾਸਤੇ, ਕਾਂਗਰਸ ਨੂੰ ਬਚਾਉਣ ਵਾਸਤੇ ਮੈਂ ਫੈਸਲਾ ਕੀਤਾ ਕਿ ਮੈਂ ਉੱਥੋਂ ਇੰਡੀਪੈਂਡੈਂਟ ਇਲੈਕਸ਼ਨ ਲੜੂੰਗਾ। ਹੁਣ ਇੱਦਾਂ ਦੇ ਹਾਲਾਤ ਵਿੱਚ ਜੇ ਬਾਗੀਆਂ ਦੀ ਲੰਮੀ ਲਾਈਨ ਦੀ ਤਰਫ ਦੇਖੋ, ਹਰਜੋਤ ਕਮਲ ਤੇ ਕੱਲ ਹੀ ਫੜ ਗਏ ਸੀਗੇ ਕਮਲ ਦੇ ਫੁੱਲ ਨੂੰ। ਉਹ ਹੁਣ ਉੱਥੇ ਤੁਹਾਨੂੰ ਪਤਾ ਕਿ ਮਾਲਵਿਕਾ ਸੂਦ ਨੂੰ ਮੋਗਾ ਤੋਂ ਟਿਕਟ ਮਿਲ ਗਈ ਹੈ, ਉਹਦੇ ਸਾਹਮਣੇ ਸਿਟਿੰਗ ਐਮਐਲਏ ਕਾਂਗਰਸ ਦੇ ਹੁਣ ਟਿਕਟ ਫੁੱਲ ਦੀ ਹੋਏਗੀ। ਦੂਜੇ ਪਾਸੇ ਕਾਦੀਆਂ ਦੀ ਗੱਲ ਵੀ ਦੇਖ ਲਓ ਤੁਸੀਂ, ਹੁਣ ਭਰਾ ਇੱਕੋ ਘਰ 'ਚ ਰਹਿੰਦੇ ਨੇ, ਇੱਕ ਮੰਜ਼ਿਲ ਤੇ ਵੱਡੇ ਭਰਾ ਤੇ ਦੂਜੀ ਮੰਜ਼ਿਲ ਤੇ ਛੋਟੇ ਭਰਾ। ਝੰਡਾ ਵੀ ਉੱਤੇ ਕਾਂਗਰਸ ਦਾ ਲੱਗਿਆ ਹੁੰਦਾ ਸੀਗਾ, ਪਰ ਕੱਲ ਉਹ ਝੰਡਾ ਗਾਇਬ ਕਰਤਾ, ਕਿਉਂਕਿ ਜਾਂ ਤੇ ਹੁਣ 2 ਝੰਡੇ ਲਾਣੇ ਪੈਂਦੇ ਸੀ ਜਾਂ ਫਿਰ ਇੱਕ ਵੀ ਨਹੀਂ ਰਹੇਗਾ। ਫਿਲਹਾਲ ਉਹ ਡੰਡਾ ਤੇ ਰਹਿ ਗਿਆ, ਝੰਡਾ ਇੱਕ ਵੀ ਨਹੀਂ ਲੱਗਿਆ। ਪਰ ਪੂਰੀ ਉਮੀਦ ਹੈ ਕਿ ਐਤਕੀ ਕਾਦੀਆਂ ਦੇ ਵਿੱਚ ਬਾਜਵਾ ਵਰਸਸ ਬਾਜਵਾ, ਭਰਾ ਦਾ ਭਰਾ ਦੇ ਨਾਲ ਮੁਕਾਬਲਾ ਹੋਏਗਾ। ਇਹ ਇਲੈਕਸ਼ਨ ਵੀ ਰੰਧਾਵਾ ਸਾਹਿਬ ਬਹੁਤ ਗੰਦੀ ਚੀਜ਼ ਹੁੰਦੀ ਹੈ।
ਫੈਮਲੀਆਂ ਦੇ ਵਿੱਚ ਪਾੜੇ ਪਾ ਦਿੰਦੀ ਹੈ। ਹੁਣ ਜਦ ਪੁੱਤ ਬਾਗੀ ਹੁੰਦਾ ਹੈ ਤੇ ਪਿਓ ਕਹਿੰਦਾ ਵੀ ਮੇਰੀ ਗੱਲ ਹੀ ਨਹੀਂ ਮੰਨਦਾ, ਮੈਂ ਤੇ ਮਨਾ ਕਰ ਰਿਹਾ, ਪਰ ਉਹ ਹੁਣ ਜਵਾਨ ਹੋ ਚੁੱਕਿਆ, 18 ਸਾਲ ਤੋਂ ਉੱਤੇ ਹੋ ਗਿਆ, ਕਾਨੂੰਨ ਵੀ ਕਹਿੰਦਾ ਉਹ ਆਪਣੇ ਫੈਸਲੇ ਆਪ ਕਰ ਸਕਦਾ ਹੈ, ਤੇ ਪਾਰਟੀਆਂ ਕਿਸੇ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੀਆਂ। ਇਹ ਵੀ ਕਈ ਜਗ੍ਹਾ ਤਰਕ ਦੇਖਣ ਨੂੰ ਮਿਲੇ ਹੈ ਕਿ ਜਿਹੜੇ ਆਪਣੇ ਭਰਾ ਨੂੰ, ਆਪਣੇ ਜਵਾਈ ਨੂੰ ਜਾਂ ਆਪਣੇ ਕੁੜਮ ਨੂੰ ਨਾ ਮਨਾ ਪਾਉਣ, ਤੇ ਇੱਦਾਂ ਦੇ ਤਰਕ ਵੀ ਸਾਹਮਣੇ ਆ ਰਹੇ ਨੇ ਕਿ ਅਗਲਾ ਫੈਸਲੇ ਆਪ ਲੈ ਸਕਦਾ ਹੈ, ਕੌਣ ਰੋਕ ਸਕਦਾ ਕਿਸੇ ਨੂੰ? ਮੈਂ ਕੌਣ ਹੁੰਦਾ ਉਹਨੂੰ ਰੋਕਣ ਵਾਲਾ? ਜੇ ਮੈਂ ਕਿਸੇ ਦਾ ਪਿਓ ਆ ਜਾਂ ਮੈਂ ਕਿਸੇ ਦਾ ਭਰਾ ਹਾਂ, ਤੇ ਮੈਂ ਆਪਣੇ ਭਰਾ ਦੇ ਉੱਤੇ ਕਿਸੇ ਵੀ ਤਰੀਕੇ ਦਾ ਬੰਧਨ ਕਿਉਂ ਲਾ ਸਕਦਾ? ਯਾਨੀ ਸਮੀਕਰਨ ਤੇ ਪੂਰੇ ਚੇਂਜ ਹੋ ਰਹੇ ਹੈ। ਆਉਣ ਵਾਲੇ ਇਲੈਕਸ਼ਨ ਦੇ ਵਿੱਚ ਨਾ ਵੈਕੈਂਸੀਆਂ ਬਹੁਤ ਨੇ। ਭਾਜਪਾ ਨੇ ਤੇ ਹਜੇ ਤੱਕ ਰਿਕਰੂਟਮੈਂਟ ਜਾਰੀ ਰੱਖੀ ਹੈ। ਉਹ ਕਹਿੰਦੇ 20 ਤਰੀਕ ਜਾਂ 21 ਤਰੀਕ ਨੂੰ ਆਪਣੀ ਲਿਸਟ ਜਾਰੀ ਕਰਨਗੇ, ਯਾਨੀ 20 ਤਰੀਕ ਤੋਂ ਪਹਿਲੇ ਉਹਨਾਂ ਨੇ ਆਪਣੇ ਪੱਤੇ ਨਹੀਂ ਖੋਲਣੇ। ਇਸ ਗੱਲ ਦੀ ਉਹਨਾਂ ਨੇ ਪਹਿਲਾਂ ਹੀ ਜ਼ਿਕਰ ਕਰਤਾ ਹੈ ਕਿ ਜਦ ਵੀ ਦੂਜੀ ਪਾਰਟੀਆਂ ਤੋਂ ਕੋਈ ਬੰਦਾ ਨਿਕਲ ਕੇ ਆਉਂਦਾ ਹੈ ਤੇ ਉਹਦੇ ਵਾਸਤੇ ਵੈਕੈਂਸੀ ਉੱਥੇ ਹੋਏਗੀ, ਔਰ ਉਸ ਵੈਕੈਂਸੀਆਂ ਨੂੰ ਭਰਨ ਦੀ ਗੱਲ ਭਾਜਪਾ ਪਹਿਲੇ ਤੋਂ ਹੀ ਕਰ ਰਹੀ ਹੈ ਕਿ ਕੋਈ ਵਧੀਆ ਜੇ ਕੈਂਡੀਡੇਟ, ਜੇ ਮੁੱਖ ਮੰਤਰੀ ਦੇ ਭਰਾ ਵਰਗੇ ਜਾਂ ਫਿਰ ਹੋਰ ਜੇ ਸਾਡੇ ਕੋਲ ਆ ਜਾਂਦੇ ਨੇ ਤੇ ਸਾਡੇ ਕੋਲ ਕਹਿਣ ਨੂੰ ਬਹੁਤ ਕੁਝ ਹੋਏਗਾ ਕਿ ਦੇਖੋ ਕਾਂਗਰਸ ਦਾ ਹਾਲ ਕੀ ਹੈ। ਫੈਸਲੇ ਤਾਂ ਨਾਲੋਂ ਨਾਲ ਹੋਈ ਜਾ ਰਹੇ ਆ। ਦੇਖੋ ਹਰਜੋਤ ਕਮਲ ਦਾ ਮਾਮਲਾ ਹੈ ਤਾਂ ਉਹਨਾਂ ਨੇ ਘੰਟਾ ਵੇਟ ਨਹੀਂ ਕੀਤੀ, ਜਦੋਂ ਟਿਕਟ ਅਨਾਉਂਸ ਹੋਈ ਉਹ ਨਾਲ ਹੀ ਪਾਰਟੀ ਬੀਜੇਪੀ ਦੇ ਦਫ਼ਤਰ 'ਚ ਪਹੁੰਚ ਗਏ। ਉਹ ਕਹਿੰਦੇ ਟਿਕਟ ਬਦਲੀ ਜਾਣ ਦਾ ਮਾਮਲਾ ਨਹੀਂਗਾ, ਲੇਕਿਨ ਮੈਂ ਆਪਣੇ ਗੁੱਸੇ ਦਾ ਕੀ ਕਰਾਂ, ਜਿਹੜਾ ਗੁੱਸਾ ਮੈਨੂੰ ਆ ਰਿਹਾ। ਸੋ ਕਈ ਵਾਰੀ ਕਹਿੰਦੇ ਹੁੰਦੇ ਨਾ, ਉਹ ਫਿਲਮ ਸੀਗੀ ਜਿੱਦੀ ਸ਼ਾਇਦ ਸੰਨੀ ਦਿਓਲ ਦੀ, ਜਿਹਦੇ ਵਿੱਚ ਅਮਰੀਸ਼ ਪੁਰੀ ਉਹਨਾਂ ਨੂੰ ਕਹਿੰਦੇ ਆ ਕਿ ਪੁੱਤ ਆਪਣੇ ਗੁੱਸੇ ਨੂੰ ਪਾਲਣਾ ਸਿੱਖ। ਇਹੀ ਕਹਿੰਦੇ ਨਾ ਜੀ, ਗੁੱਸੇ ਨੂੰ ਪਾਲਣਾ ਸਿੱਖੋ। ਸੋ ਹੁਣ ਕੋਈ ਨਹੀਂ ਗੁੱਸੇ ਨੂੰ ਪਾਲਦਾ। ਉਹ ਕਹਿੰਦੇ ਨਾਲ ਦੀ ਨਾਲ ਹੀ ਜ਼ਾਹਰ ਕਰਦੇ ਆ। ਗੱਲ ਇਹ ਨਹੀਂ ਗੀ ਕਿ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਨੇ ਉੱਥੋਂ ਆਜ਼ਾਦ ਲੜ ਕੇ ਕਾਂਗਰਸ ਬਚਾਉਣੀ ਆ। ਗੱਲ ਇਹ ਹੈ ਕਿ ਜਿਹੜੇ ਸ਼ਰੀਕ ਨਾਲ ਲੜਾਈ ਸੀਗੀ ਉਹਨੂੰ ਵੀ ਡੂੰਘੇ ਪਾਣੀ 'ਚ ਲੈ ਕੇ ਜਾਣਾ। ਦੇਖੋ ਸਿਆਸਤ ਇਸੇ ਦਾ ਹੀ ਨਾਮ ਆ ਵੀ ਜੇ ਭਾਈ ਮੈਨੂੰ ਤੂੰ ਟਿਕਟ ਲੈਣ 'ਚ ਹਰਾਤਾ ਤੇ ਜ਼ਰੂਰੀ ਨਹੀਂ ਕਿ ਅਗਲੀ ਜਿੱਤ ਤੇਰੇ ਕੋਲ ਹੋਵੇ, ਬੜੀ ਲੜਾਈ ਅੱਗੇ ਵਧਣੀ ਆ। ਤੁਸੀਂ ਗੱਲ ਬਾਜਵਾ ਭਰਾਵਾਂ ਦੀ ਕਰਦੇ ਸੀ, ਇੱਕ ਦਿਲਚਸਪ ਅੰਕੜਾ ਹੈ, ਇਹਨੂੰ ਦੇਖ ਕੇ ਤੁਸੀਂ ਜ਼ਰੂਰ ਮੇਰੇ ਨਾਲ ਸਹਿਮਤ ਹੋਵੋਗੇ। ਬੀਬੀ ਰਜਿੰਦਰ ਕੌਰ ਭੱਠਲ ਪੰਜਾਬੀ ਪੋਲਿਟਿਕਸ ਦੇ ਵਿੱਚ ਇੱਕ ਵੱਡਾ ਨਾਮ। ਪਿਛਲੇ ਸਮੇਂ 'ਚ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਨੇ, ਉਸ ਸ਼ੌਰੇ ਨੇ ਬੀਬੀ ਭੱਠਲ ਦੇ ਕੱਦ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਬੀਬੀ ਭੱਠਲ ਹਰੇ ਜਾਂ ਹਰਾਤੇ ਗਏ। ਇਹ ਦਿਲਚਸਪ ਗੱਲਾਂ ਹੁੰਦੀਆਂ। ਬੀਬੀ ਭੱਠਲ ਕਈ ਵਾਰੀ ਗੈਰ ਰਸਮੀ ਗੱਲਾਂ 'ਚ ਕਹਿੰਦੇ ਰਹੇ, ਹਾਲਾਂਕਿ ਬੜੇ ਪਿਆਰੇ ਇਨਸਾਨ ਨੇ। ਬੀਬੀ ਰਜਿੰਦਰ ਕੌਰ ਭੱਠਲ ਬਤੌਰ ਪੋਲੀਟੀਸ਼ੀਅਨ ਇੱਕ ਮਿਆਰ ਰੱਖਦੇ ਆ। ਉਹ ਲੋਕ ਨੇ ਜਿਹੜੇ ਰਾਜਨੀਤੀ ਵਿੱਚ ਜਦੋਂ ਵਿਚਰਦੇ ਆ ਤੇ ਉਹਨਾਂ ਦੇ ਨਾਲ ਨਾਲ ਇੱਕ ਮਰਿਆਦਾ ਤੁਰਦੀ ਆ, ਅਸੂਲ ਤੁਰਦੇ ਆ। ਉਹ ਲੋਕ ਛੋਟੀ ਹੀਣੀ ਗੱਲ ਘੱਟ ਕਰਦੇ ਆ। ਉਹ ਸਿਆਸਤ ਦੇ ਵਿੱਚੋਂ ਮਾਈਨਸ ਹੋਏ ਰਹੇ। ਲੇਕਿਨ ਸਮਾਂ ਕਿਸੇ ਦੇ ਪਿਓ ਦਾ ਨਹੀਂ ਹੁੰਦਾ, ਸਮਾਂ ਕਿਸੇ ਦਾ ਮਿੱਤ ਨਹੀਂ। ਸਮਾਂ ਬਦਲਦਾ ਰਹਿੰਦਾ ਹੈ ਤੇ ਸਮਾਂ ਆਪਣੀ ਜਿਹੜੀ ਤੋਰ ਆ ਉਹਦੇ ਦਰਸ਼ਨ ਵੀ ਕਰਾਉਂਦਾ। ਬੀਬੀ ਭੱਠਲ ਇੱਕ ਵਾਰੀ ਫਿਰ ਮੇਨ ਫੋਕਸ ਵਿੱਚ ਦੇਖੋ ਪੰਜਾਬ ਦੇ ਵਿੱਚ ਜੇ ਕਾਂਗਰਸ ਰਿਪੀਟ ਹੁੰਦੀ ਆ, ਆਉਂਦੀ ਕੈਬਨਿਟ ਦੇ ਚਿਹਰੇ ਵੀ ਫਾਈਨਲ ਹੋ ਰਹੇ ਆ। ਮੁੱਖ ਮੰਤਰੀ ਦੇ ਦਾਅਵੇਦਾਰ ਵੇਖੋ ਕਿੰਨੇ ਵੱਧ ਰਹੇ ਆ। ਜਦੋਂ ਤੁਸੀਂ ਬਾਜਵਾ ਭਰਾਵਾਂ ਦੀ ਗੱਲ ਕਰਦੇ ਹੋ, ਸਰਦਾਰ ਪ੍ਰਤਾਪ ਸਿੰਘ ਬਾਜਵਾ ਨਾਲ ਜਿਨ੍ਹਾਂ ਲੋਕਾਂ ਦਾ ਵਾਹ ਪਿਆ ਜਾਣਦੇ ਨੇ। ਉਹ ਪ੍ਰਤਾਪ ਸਿੰਘ ਬਾਜਵਾ ਇੱਕ ਬਹੁਤ ਸੰਤੁਲਿਤ ਸ਼ਖਸੀਅਤ ਨੇ। ਪ੍ਰਤਾਪ ਸਿੰਘ ਬਾਜਵਾ ਮੈਨੂੰ ਇਸ ਗੱਲ ਦਾ ਮਾਣ ਹੈ, ਔਰ ਮੈਂ ਦਰਜਨਾਂ ਵਾਰ ਉਹਨਾਂ ਨਾਲ ਲੰਬੀਆਂ ਗੱਲਾਂ ਬਾਤਾਂ 'ਚ ਪੋਲਿਟਿਕਸ ਡਿਸਕਸ ਕਰਨ ਨੂੰ ਲੈ ਕੇ, ਸੋਸ਼ਲ ਇਸ਼ੂਜ਼ ਨੂੰ ਲੈ ਕੇ, ਸਿਆਸੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਕੁਦਰਤੀ ਤੌਰ ਤੇ ਚੀਫ ਮਿਨਿਸਟਰੀਅਲ ਕੈਂਡੀਡੇਟ ਨੇ। ਉਹ ਮਟੀਰੀਅਲ ਨੇ, ਮੁੱਖ ਮੰਤਰੀ ਮਟੀਰੀਅਲ ਨੇ। ਬੀਬੀ ਭੱਠਲ ਮੁੱਖ ਮੰਤਰੀ ਮਟੀਰੀਅਲ ਨੇ। ਤੁਹਾਨੂੰ ਦੇਖਣਾ ਹੋਊਗਾ ਕਿ ਕੱਲੇ ਬਾਜਵਾ ਜਿੱਤਣ ਦੀ ਸਥਿਤੀ ਦੀ ਗੱਲ ਕਰ ਲਈਏ, ਪਾਸੇ ਰੱਖ ਲਈਏ, ਕਿਉਂਕਿ ਉਹਨਾਂ ਨੂੰ ਇਲੈਕਸ਼ਨਾਂ ਲੜਨੀਆਂ ਤੇ ਜਿੱਤਣੀਆਂ ਆਉਂਦੀਆਂ ਨੇ। ਮੈਨੂੰ ਲੱਗਦਾ ਹੈ ਕਿ ਫਤਿਹ ਜੰਗ ਸਿੰਘ ਬਾਜਵਾ ਇਲੈਕਸ਼ਨ ਕਾਦੀਆਂ ਤੋਂ ਨਹੀਂ ਲੜਨਗੇ, ਉਹ ਬਟਾਲੇ ਤੋਂ ਲੜਨਗੇ। ਬੀਜੇਪੀ ਵੱਲੋਂ ਕਾਫੀ ਸੰਭਾਵਨਾ ਹੈ। ਜੇ ਬੀਜੇਪੀ ਬਹੁਤ ਜ਼ੋਰ ਦੇ ਕੇ ਉਹਨਾਂ ਨੂੰ ਕਾਦੀਆਂ 'ਚ ਭਰਾ ਦੇ ਸਾਹਮਣੇ ਨਹੀਂ ਲੈ ਕੇ ਜਾਂਦੀ, ਹਾਲਾਂਕਿ ਬੀਜੇਪੀ ਵੀ ਇਸ ਰਾਜਨੀਤੀ 'ਚ ਫਸੀ ਹੋਈ ਆ ਕਿ ਅਸੀਂ ਸਿਰਫ ਤੇ ਸਿਰਫ ਵਿਰੋਧ ਦੀ ਰਾਜਨੀਤੀ ਨਾ ਕਰੀਏ, ਜਿੱਤਣ ਵਾਲੀਆਂ ਸੀਟਾਂ ਤੇ ਵੀ ਪਹੁੰਚੀਏ। ਫਤਿਹ ਜੰਗ ਸਿੰਘ ਬਾਜਵਾ ਨੂੰ ਬਟਾਲਿਓਂ ਲੜਾ ਕੇ ਉਹ ਇੱਕ ਵੱਡਾ ਦਾਅ ਖੇਡਣਾ ਚਾਹੁੰਦੇ ਆ। ਹਾਲਾਂਕਿ ਯਾਦਵਿੰਦਰ ਸਿੰਘ ਬੁੱਟਰ ਉੱਥੋਂ ਦਾਅਵਾ ਕਰ ਰਹੇ ਆ। ਯਾਦਵਿੰਦਰ ਸਿੰਘ ਬੁੱਟਰ ਕਾਦੀਆਂ ਤੋਂ ਵੀ ਨੇ। ਬਹੁਤ ਸਾਰੇ ਅਹਿਮ ਮਸਲੇ ਆ। ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ, ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ ਭਾਵੇਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਵੀ ਦੌੜ 'ਚ ਸ਼ਾਮਲ ਆ। ਨਵਜੋਤ ਸਿੰਘ ਸਿੱਧੂ, ਕਿੰਨੇ ਨਾ, ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ ਵੀ ਫਸੇ ਮਹਿਸੂਸ ਕਰਦੇ ਆ। ਜੇਕਰ ਪਰਲੇ ਬੰਨਿਓ ਤੁਸੀਂ
ਬ੍ਰਹਮ ਮਹਿੰਦਰਾ ਭਾਵੇਂ ਆਪਣੇ ਬੇਟੇ ਨੂੰ ਦੇ ਚੁੱਕੇ ਆ। ਬਹੁਤ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਉੱਤੇ ਮੈਂ ਤੁਹਾਡੀ ਟਿੱਪਣੀ ਚਾਹੂੰਗਾ, ਪਰ ਫਿਰ ਵੀ ਕਹਿੰਦੇ ਹੁੰਦੇ ਆ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ। ਭਾਵੇਂ ਇਸ ਵੇਲੇ ਲੜਾਈ ਮੁੱਢਲੇ ਦੌਰ 'ਚ ਆ, ਲੇਕਿਨ ਇਹਨੇ ਆਉਂਦੀ ਦਿਨੀ ਬਹੁਤ ਹਾਂ ਸੁਨੀਲ ਜਾਖੜ ਦਾ ਉਹ ਇੱਕ ਸਟੇਟਮੈਂਟ ਤੁਹਾਨੂੰ ਜ਼ਰੂਰ ਯਾਦ ਰੱਖਣਾ ਹੋਊਗਾ ਕਿ ਅਸੀਂ ਇਹਨਾਂ 86 ਕੈਂਡੀਡੇਟਸ ਦੀ ਲਿਸਟ ਨਾਲ ਹੀ ਸਰਕਾਰ ਬਣਾਉਣ ਦੀ ਸਥਿਤੀ 'ਚ ਆ। ਮੈਨੂੰ ਤੁਹਾਡੀ ਇੱਥੇ ਟਿੱਪਣੀ ਚਾਹੀਦੀ ਆ। ਕੱਲ ਉਹਨਾਂ ਦੀ ਸਟੇਟਮੈਂਟ ਸੀ ਕਿ ਅਸੀਂ ਜਿਹੜੀ ਪਹਿਲੀ ਲਿਸਟ ਜਾਰੀ ਕੀਤੀ ਆ, ਅਸੀਂ ਤਾਂ ਇਹਦੇ ਵਿੱਚੋਂ ਹੀ ਸਰਕਾਰ ਬਣਾ ਜਾਣੀ। ਇਹ ਉਹ ਕੈਂਡੀਡੇਟ ਜਿਹੜੇ ਜਿੱਤ ਕੇ ਆਉਣਗੇ, ਹੁਣ ਇੱਥੇ ਵੀ ਟਿੱਪਣੀ ਦੇ ਚੱਲਿਓ। ਫਿਰ ਚੱਲਦੇ ਆ ਸੰਯੁਕਤ ਕਿਸਾਨ ਮੋਰਚੇ ਵੱਲ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਲਿਸਟ ਜਾਰੀ ਕਰਨੀ ਸੀ ਜਿਹੜੀ ਰੋਕ ਲਈ ਗਈ ਆ। ਔਰ ਸੰਯੁਕਤ ਕਿਸਾਨ ਮੋਰਚਾ ਹੁਣ ਇਹ ਲਿਸਟ ਇੱਕ ਦਿਨ ਬਾਅਦ, ਮਤਲਬ ਜਾਂ 17 ਦੇਰ ਰਾਤ ਨੂੰ ਜਾਂ 18 ਨੂੰ ਐਲਾਨ ਕਰ ਸਕਦਾ। ਸੁਣਿਆ ਬਲਬੀਰ ਸਿੰਘ ਰਾਜੇਵਾਲ ਵੀ ਜਿਹੜੇ ਉਹ ਬਹੁਤ ਜ਼ਿਆਦਾ ਖੁਸ਼ ਨਹੀਂ ਆ। ਉਹ ਕਹਿੰਦੇ ਮੈਨੂੰ ਤੁਸੀਂ ਉਲਝਾ ਕੇ ਰੱਖਿਆ, ਮੈਨੂੰ ਤੁਸੀਂ ਲੜਾਈ ਲੜਨ ਦਿਓ। ਵਿਰੋਧ ਦੀਆਂ ਦਿੱਤੀਆਂ ਗਈਆਂ ਟਿਕਟਾਂ ਦੇ ਉੱਤੇ ਟਿੱਪਣੀਆਂ ਦੀਆਂ ਲੋਕਾਂ ਦੇ ਕਟਾਕਸ਼ ਵਿਅੰਗ ਬੜਾ ਕੁਝ ਸਹਿਣਾ ਪੈ ਰਿਹਾ। ਔਰ ਅੰਦੋਲਨ ਹੋਰ ਹੁੰਦਾ, ਰਾਜਨੀਤੀ ਹੋਰ ਹੁੰਦੀ ਆ। ਇੱਥੇ ਲੋਕ ਪੋਤੜੇ ਪਰੋਤੜੇ ਫੋਲਣ ਲੱਗਿਆ ਸੈਕਿੰਡ ਲਾਉਂਦੇ ਆ। ਕਹਿੰਦੇ ਜਿਹਨੂੰ ਕੁਛ ਨਾ ਜਿਹਦਾ ਜਾਣਕਾਰੀ ਹੋਵੇ ਉਹਨੂੰ ਇਲੈਕਸ਼ਨ 'ਚ ਖਿਲਾਰ ਦਿਓ। ਲੋਕ 5 ਪੀੜ੍ਹੀਆਂ ਦਾ ਇਤਿਹਾਸ ਕੱਢ ਲਿਆਉਂਦੇ। ਸਭ ਤੋਂ ਪਹਿਲਾਂ ਮੈਨੂੰ ਦੱਸਿਓ ਜਿਹੜੀ ਗੱਲ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਜਾਖੜ ਸਾਹਿਬ ਕਹਿੰਦੇ ਅਸੀਂ ਤਾਂ ਇਹਨਾਂ 86 ਦੇ ਨਾਲ ਜਿੱਤ ਜਾਣਾ, ਕੀ ਕਹਿੰਦੇ ਹੋ? ਰੰਧਾਵਾ ਜੀ, ਕੌਨਫੀਡੈਂਸ ਇੱਕ ਏਦਾਂ ਦੀ ਚੀਜ਼ ਹੁੰਦੀ ਹੈ, ਲੜਾਈ ਤੁਸੀਂ ਜਿੱਤੋ ਜਾਂ ਹਾਰੋ, ਕਹਿੰਦੇ ਬੰਦੇ 'ਚ ਕੌਨਫੀਡੈਂਸ ਪੂਰਾ ਸੀਗਾ। ਉਹੀ ਕੌਨਫੀਡੈਂਸ ਜਾਖੜ ਸਾਹਿਬ ਵੀ ਦਿਖਾ ਰਹੇ ਨੇ। ਪਰ ਏਦਾਂ ਦੇ ਕਿਹੜੇ ਨੂਰੇ ਪਹਿਲਵਾਨ ਉਹਨਾਂ ਨੇ ਇਸ ਲਿਸਟ ਦੇ ਵਿੱਚ ਦਿੱਤੇ ਨੇ ਜਿਹਦੇ ਜ਼ੋਰ ਤੇ ਉਹ ਗੱਲ ਕਹਿੰਦੇ ਨੇ ਕਿ ਵੀ ਇਹ 86 ਤੋਂ ਹੀ ਸਰਕਾਰ ਬਣਾ ਜਾਾਂਗੇ? ਦੱਸੋ ਜਿਹੜੇ ਚਿਹਰੇ ਹੈਗੇ ਨੇ ਉਹਦੇ ਵਿੱਚੋਂ ਬਹੁਤੇ ਚਿਹਰੇ ਤੇ ਉਹ ਨੇ ਜਿਹੜੇ ਪਿਛਲੀ ਵਾਰ ਸੀਗੇ, ਔਰ ਉਹਨਾਂ ਚਿਹਰਿਆਂ ਦੇ ਵਿੱਚ ਜਿਹੜੀ ਚਮਕ ਹੈ ਉਹ ਬਹੁਤ ਫਿੱਕੀ ਪੈ ਚੁੱਕੀ ਹੈ। ਅਸੀਂ ਚਿਹਰਿਆਂ ਦਾ ਨਾਂ ਤੇ ਨਹੀਂ ਲਵਾਂਗੇ, ਪਰ ਰੰਧਾਵਾ ਜੀ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਕਿ ਇਸ ਲਿਸਟ ਦੇ ਵਿੱਚ ਜਦ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਕੋਈ ਉਤਸ਼ਾਹ ਨਹੀਂ ਹੈਗਾ, ਤੇ ਵਾਕਈ ਉਸ ਚਿਹਰੇ ਦੇ ਉੱਤੇ ਜਿੱਤਣ ਦਾ ਦਮ ਭਰਨ ਵਾਲੇ ਜਾਖੜ ਸਾਹਿਬ ਉਹ ਆਪ ਦਾ ਨਾਂ ਵੀ ਉਸ ਲਿਸਟ ਦੇ ਵਿੱਚ ਨਹੀਂ ਪਾਉਂਦੇ। ਹਾਲਾਂਕਿ ਉਹਨਾਂ ਨੇ ਆਪਣੀ ਟਿਕਟ ਅਬੋਹਰ ਤੋਂ ਆਪਣੇ ਭਤੀਜੇ ਨੂੰ ਦੇ ਦਿੱਤੀ ਹੈ, ਔਰ ਭਤੀਜੇ ਦੀ ਸਥਿਤੀ ਵੀ ਬੜੀ ਵਧੀਆ ਹੈ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉੱਥੇ ਉਹ ਜਿੱਤੂ ਕੰਡੀਸ਼ਨ ਦੇ ਵਿੱਚ ਹੈਗੇ ਨੇ। ਪਰ ਸਾਰੇ ਕੈਂਡੀਡੇਟਾਂ ਦੇ ਬਾਰੇ 'ਚ ਇਹ ਗੱਲ ਕਹਿਣੀ, ਇਹ ਤੇ ਫਿਰ ਜਿਹੜਾ ਕੈਂਪੇਨ ਕਮੇਟੀ ਦਾ ਚੇਅਰਮੈਨ ਹੁੰਦਾ ਨਾ, ਉਹਦੀ ਡਿਊਟੀ ਹੁੰਦੀ ਹੈ ਕੈਂਪੇਨ ਤੇ ਪ੍ਰੋਪੇਗੈਂਡਾ ਬਣਾ ਕੇ ਰੱਖਣਾ। ਉਸ ਰਣਨੀਤੀ ਦਾ ਹੀ ਇੱਕ ਹਿੱਸਾ ਹੈ ਕਿ 86 ਦੇ ਵਿੱਚੋਂ ਹੀ ਅਸੀਂ ਸਰਕਾਰ ਬਣਾ ਲਾਂਗੇ, ਭਾਵੇਂ ਮੇਰਾ ਨਾਂ ਉਸ ਲਿਸਟ 'ਚ ਨਹੀਂ ਹੈਗਾ। ਪਰ ਚਲੋ ਹਜੇ ਤੇ ਬਾਗੀਪਨ ਸ਼ੁਰੂ ਹੋਇਆ ਹੈ। 31 ਦੀ ਜਿਹੜੀ ਲਿਸਟ ਆਣੀ ਹੈ, ਜਿਹਨੂੰ ਆਪਾਂ ਕਹੀਏ ਕਿ ਪੂਰਾ ਰੱਫੜ ਪੈਣਾ ਉਹਦੇ ਵਿੱਚ, ਉਹਨਾਂ 31 ਦੀ ਲਿਸਟ ਦੇ ਵਿੱਚ ਕਿਹੜੇ, ਕਿਉਂਕਿ 16 ਕੁ MLA ਹਜੇ ਵੀ ਇਦਾਂ ਦੇ ਹੈਗੇ ਹੈ ਜਿਨ੍ਹਾਂ ਦੀ ਟਿਕਟ ਦਾ ਫੈਸਲਾ ਹਜੇ ਹੋਣਾ ਹੈ। ਤੁਹਾਨੂੰ ਯਾਦ ਹੋਏਗਾ ਗੁਲਾਬੀ ਪੱਗ ਬੰਨ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੇ ਔਰ ਚੰਨੀ ਉਹਨਾਂ ਦੇ ਅੱਗੇ ਪਿੱਛੇ ਘੁੰਮਣ ਵਾਲੇ ਇੱਕ MLA ਕੁਲਦੀਪ ਵੈਦ, ਉਹਨਾਂ ਦਾ ਵੀ ਇਸ ਲਿਸਟ 'ਚ ਨਾਂ ਨਹੀਂ ਹੈਗਾ। ਹਾਲਾਂਕਿ ਮੰਨਿਆ ਜਾਂਦਾ ਸੀਗਾ ਜਿਸ ਤਰੀਕੇ ਨਾਲ ਸਰਕਾਰ ਦਾ ਬਚਾਵ ਤੇ ਜਿਹੜੀ ਵਿਰੋਧੀ ਪਾਰਟੀਆਂ ਉਹਨਾਂ ਦੇ ਉੱਤੇ ਅਟੈਕ ਉਹ ਕਰਦੇ ਰਹੇ, ਉਹਨਾਂ ਦਾ ਨਾਂ ਤੇ ਪਹਿਲੀ ਲਿਸਟ 'ਚ ਹੋਣਾ ਹੀ ਚਾਹੀਦਾ ਸੀ। ਜੇ ਨਾਂ ਨਹੀਂ ਹੈਗਾ ਤੇ ਕੁਝ ਨਾ ਕੁਝ ਤੇ ਗੜਬੜ ਹੈਗੀ ਹੈ। ਕੇਵਲ ਢਿੱਲੋਂ ਉਹਨਾਂ ਦਾ ਨਾਂ ਵੀ ਪਹਿਲੀ ਲਿਸਟ 'ਚ ਨਹੀਂ ਹੈਗਾ, ਔਰ ਜੱਸੀ ਖੰਗੂੜਾ ਉਹਨਾਂ ਵੀ ਕਹਿੰਦੇ ਨੇ ਅਮਰਗੜ੍ਹ ਤੋਂ ਟਿਕਟ ਤੇ ਮੰਗਣਾ ਚਾਹੁੰਦੇ ਨੇ, ਪਰ ਉਹ ਕਹਿੰਦੇ ਨੇ ਮੈਂ ਕਿਸੇ ਤੋਂ ਭਿੱਖ ਨਹੀਂ ਮੰਗ ਸਕਦਾ। ਠੀਕ ਹੈ, ਮੈਂ ਗੱਲਬਾਤ ਕੀਤੀ ਹੈ, ਜੇ ਦੇ ਦੇਣਗੇ ਤਾਂ ਠੀਕ ਹੈ, ਜੇ ਨਹੀਂ ਦੇਣਗੇ ਤਾਂ ਵੀ ਠੀਕ ਹੈ। ਯਾਨੀ ਬਹੁਤ ਸਾਰੇ ਬੰਦੇ ਟਿਕਟ ਮੰਗਣ ਤੋਂ ਵੀ ਸੰਗ ਰਹੇ ਨੇ, ਔਰ ਬਹੁਤ ਸਾਰੇ ਬੰਦੇ ਟਿਕਟ ਮੰਗ ਕੇ ਥੱਕ ਗਏ ਨੇ। ਉਹਨਾਂ ਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ, ਇਹ ਜਿਹੜੀ 31 ਵਾਲੀ ਲਿਸਟ ਹੋਏਗੀ ਨਾ, ਜਿੰਨਾ ਕੁ ਬਾਗੀਪਨ ਅਸੀਂ ਦੇਖ ਰਹੇ ਹਾਂ, ਜਿੰਨੀ ਕੁ ਸਹਿਮਤੀ ਉਹਨਾਂ ਨੇ ਕਾਂਗਰਸ ਵਾਲਿਆਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਤੁਸੀਂ ਸੜਕਾਂ ਤੇ ਲੜਾਈ ਤੇ ਦੇਖ ਹੀ ਲਈ ਹੈ। ਬਹੁਤ ਸਾਰੇ ਛੋਟੇ ਵੱਡੇ ਕੈਂਡੀਡੇਟ, ਵੱਡੇ ਚਿਹਰੇ ਜਿਹੜੇ ਬਾਗੀਪਨ ਤੇ ਉਤਰਨ ਵਾਲੇ ਨੇ, ਹਜੇ ਤੇ ਕੰਮ ਸ਼ੁਰੂ ਹੋਇਆ। ਤੁਸੀਂ 2-3 ਦਿਨਾਂ ਤੱਕ ਦੇਖੋ, ਕਿਉਂਕਿ ਜਿਹੜੇ ਬਾਗੀ ਹੋਣਾ ਚਾਹੁੰਦੇ ਨੇ ਸਭ ਤੋਂ ਪਹਿਲੇ ਉਹ ਭਾਜਪਾ ਦੇ ਨਾਲ ਰਾਬਤਾ ਕਾਇਮ ਕਰ ਰਹੇ ਨੇ ਵੀ ਹੈਗੀ ਹੈ ਵੈਕੈਂਸੀ, ਕਰਦੀ ਹੈ ਕੰਮ। ਜਦ ਉੱਥੋਂ ਕਮਲ ਦਾ ਫੁੱਲ ਪਲਾਸਟਿਕ ਦਾ ਫੜਾ ਦਿੰਦੇ ਨੇ, ਉਸ ਤੋਂ ਬਾਅਦ ਅਸਲੀ ਫੁੱਲ ਵਾਸਤੇ ਉਹ ਤਿਆਰ ਹੋ ਕੇ ਉਸ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਨੇ। ਪਹਿਲੇ ਗੱਲਬਾਤ ਕਰ ਲੈਂਦੇ ਵੀ ਪਤਾ ਕਰ ਲਓ ਵੈਕੈਂਸੀ ਹੈਗੀ ਹੈ ਨਾ, ਕਿਤੇ ਆਪਾਂ ਇੱਥੋਂ ਵੀ ਜਾਈਏ ਤੇ ਉੱਥੇ ਵੀ ਸਾਨੂੰ ਕੋਈ ਫੁੱਲ ਨਾ ਫੜਾਏ। ਤੇ ਇਹ ਗਤੀਵਿਧੀਆਂ ਚੱਲ ਰਹੀ ਹੈ, ਔਰ ਉਹਦੇ ਬਾਅਦ 2-3 ਦਿਨਾਂ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਲੀਡਰ ਦੇਖੋਗੇ ਜੋ ਲੱਗਦਾ ਸੀਗਾ ਕਿ ਉਹ ਭਾਜਪਾ ਦੀ ਟਿਕਟ ਤੇ ਮਜਬੂਰੀ ਹੈ ਬਈ, ਲੜਨਾ ਹੀ ਪਏ। ਉਹ ਕਹਿੰਦੇ ਨਾ ਨੱਚਣਾ ਫਿਰ ਘੁੰਡ ਕੱਢ ਕੇ ਸਵਾਦ ਨਹੀਂ ਆਉਂਦਾ।
ਤੁਸੀਂ ਖੰਗੂੜਾ ਸਾਹਿਬ ਦੀ ਗੱਲ ਕਰਦੇ ਹੋ, ਅਖੇ ਮੰਗਣਾ ਨਹੀਂ ਚਾਹੁੰਦੇ, ਮੰਗੇ ਬਿਨਾਂ ਤਾਂ ਸਰਨਾ ਹੀ ਨਹੀਂ। ਇੱਥੇ ਤੇ ਮਾਂ ਦੁੱਧ ਨਹੀਂ ਦਿੰਦੀ, ਇੱਥੇ ਤਾਂ ਮੂੰਹ 'ਚ ਬੁਰਕੀ ਕਿੱਥੇ ਪੈਂਦੀ। ਤੁਸੀਂ ਗੱਲ ਕੀਤੀ ਕੁਲਦੀਪ ਸਿੰਘ ਵੈਦ ਦੀ, ਸਿਆਣੇ ਸਿਰ ਵਾਲੇ ਨੇ, ਵਧੀਆ ਦੌੜ ਭੱਜ ਕਰਦੇ ਆ, ਆਖਰ ਕਿਉਂ ਰੋਕੀ ਗਈ? ਇਹ ਧੜਿਆਂ ਦੀ ਲੜਾਈ 'ਚ ਚੰਗੇ ਭਲੇ ਬੰਦੇ ਵੀ ਫਸੇ ਹੋਏ ਆ। ਕੁਲਦੀਪ ਸਿੰਘ ਵੈਦ ਨੂੰ ਟਿਕਟ ਮਿਲਣੀ ਚਾਹੀਦੀ ਆ, ਇਹ ਕਾਫੀ ਲੋਕ ਕਹਿੰਦੇ ਆ, ਲੇਕਿਨ ਫਸ ਗਈ। ਲੇਕਿਨ ਕੁਦਰਤੀ ਤੌਰ ਤੇ ਐਸੇ ਬੰਦਿਆਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਲੜਾਈ ਦੇ ਵਿੱਚੋਂ ਵੀ ਬਣ ਜਾਂਦੀ ਹੈ। ਲੇਕਿਨ ਤੁਸੀਂ ਅਟਾਰੀ ਦੇ ਵਿੱਚ ਤਰਸੇਮ ਸਿੰਘ ਡੀਸੀ ਨੂੰ ਦੇਖੋਗੇ, ਉਹਨਾਂ ਨੇ ਕਹਿੰਦੇ ਆ ਸਦਾ ਐਟੀਟਿਊਡ ਹੀ ਰੱਖਿਆ ਕਿ ਮੈਂ ਤਾਂ ਸਾਬਕਾ IRS ਆ, ਮੈਂ ਕਮਿਸ਼ਨਰ ਰਿਹਾ, ਮੈਂ ਕੀ ਪਰਵਾਹ ਕਰਦਾ। ਰੋਕ ਲਈ ਗਈ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਵੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਟਾਲੇ ਚੋਂ ਟਿਕਟ ਲੈਣ 'ਚ ਕਾਮਯਾਬ ਤਾਂ ਨਹੀਂ ਹੋਏ, ਪੁਰਾਣੇ ਇਲਾਕੇ 'ਚ ਭੇਜਤੇ ਫਤਿਹਗੜ੍ਹ ਚੂੜੀਆਂ 'ਚ, ਪਰ ਸ਼ਰੀਕ ਨੂੰ ਵੀ ਫਸਾ ਕੇ ਰੱਖਤਾ। ਬਟਾਲੇ ਵਾਲੀ ਵੀ ਅਨਾਉਂਸ ਨਹੀਂ ਹੋਈ, ਅਜੇ ਸੇਖੜੀ ਸਾਹਿਬ ਫਸ ਗਏ ਨੇ। ਹੋਰ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਨੇ। ਮਾਮਲਿਆਂ ਦਾ ਕੀ ਹੁੰਦਾ ਜੀ, ਮਾਮਲੇ ਤਾਂ ਅੱਗੇ ਵੱਧਦੇ ਹੀ ਰਹਿੰਦੇ ਆ। ਪਰ ਜੇਕਰ ਤੁਸੀਂ ਇਹਨਾਂ ਪਰਿਸਥਿਤੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਨਾਮ ਚੰਨੀ ਬਨਾਮ ਜਾਖੜ ਦਾ ਜ਼ਿਕਰ ਕਰੋਗੇ, ਭਾਵੇਂ ਕਹਿੰਦੇ ਨੇ ਕਿ ਨਵੇਂ ਜਿਹੜੇ ਬੋਰਡ ਲੱਗਣੇ ਆ, ਫਲੈਕਸ, ਉਹਨਾਂ ਦੇ ਵਿੱਚ ਪਹਿਲਾਂ ਸਿੱਧੂ ਦੀ ਫੋਟੋ ਲਾ ਦਿਓ, ਵਿਚਕਾਰ ਚੰਨੀ ਦੀ ਲਾ ਦਿਓ, ਤੀਜੇ ਨੰਬਰ ਤੇ ਜਾਖੜ ਸਾਹਿਬ ਦੀ ਲਾ ਦਿਓ, ਜੇ ਨੰਬਰਾਂ ਦੀ ਗੇਮ 'ਚ ਹੋਵੇ। ਇੱਕ ਬੰਦਾ ਮੈਨੂੰ ਹੋਰ ਕਹਿੰਦਾ, ਸਿਆਸੀ ਕਾਫੀ ਗੁੜਿਆ ਸੀ, ਉਹ ਕਹਿੰਦਾ ਤੁਸੀਂ ਕਿੱਦਾਂ ਕਹਿੰਦੇ ਹੋ ਨੰਬਰ 1 ਤੇ ਸਿੱਧੂ ਤੇ ਨੰਬਰ 3 ਤੇ ਜਾਖੜ? ਦੇਖੋ ਜਿਹੜਾ ਦਰਮਿਆਨ 'ਚ ਹੁੰਦਾ ਉਹ ਲੀਡਰ ਹੁੰਦਾ, ਦੋਵੇਂ ਪਾਸੇ ਨੰਬਰ 1 ਉੱਤੇ ਪੋਡੀਅਮ ਕਹਿੰਦੇ ਜੀ ਉਹਨੂੰ, ਜਿਹਦੇ ਉੱਤੇ ਖਲੋ ਕੇ ਗਲ ਦੇ ਵਿੱਚ ਹੈ ਉਹਦੇ 'ਚ ਕਹਿੰਦੇ ਚੰਨੀ ਸਾਹਿਬ ਨੰਬਰ 1 ਤੇ ਆ, ਕਿਉਂਕਿ ਸੈਂਟਰ 'ਚ ਨੇ, ਇੱਕ ਬੰਨੇ ਜਿਹੜਾ ਕਾਂਸੇ ਵਾਲਾ ਤਮਗੇ ਵਾਲਾ ਤੇ ਦੂਜੇ ਬੰਨੇ ਜਿਹੜਾ ਦੂਜਾ ਹੈਗਾ ਸੋਨੇ ਵਾਲਾ, ਤਾਂ ਸੈਂਟਰ 'ਚ ਹੀ ਆ। ਸਿੱਧੂ ਨੰਬਰ 1 ਤੇ ਕਿਉਂ? ਫਿਰ ਕਹਿੰਦੇ ਸਿੱਧੂ ਸਾਹਿਬ ਦੇ ਕਹਿਣ ਤੇ ਟਿਕਟਾਂ ਜ਼ਿਆਦਾ ਦਿੱਤੀਆਂ ਗਈਆਂ, ਕਿਉਂਕਿ ਚੰਨੀ ਤੇ ਭਰਾ ਨੂੰ ਦਬਾਉਣ 'ਚ ਕਾਮਯਾਬ ਨਹੀਂ ਹੋਏ, ਭਰਾ ਦੇ ਕੁੜਮ ਨੂੰ ਦਬਾਉਣ 'ਚ ਕਾਮਯਾਬ ਨਹੀਂ ਹੋਏ। ਕਿ ਜਾਖੜ ਸਾਹਿਬ ਵੀ ਕਈ ਟਿਕਟਾਂ ਦਬਾਉਣ 'ਚ ਕਾਮਯਾਬ ਨਹੀਂ ਹੋ ਗਏ। ਸਿੱਧੂ ਸਾਹਿਬ ਨੇ ਦੇਖੋ ਕਿੰਨੇ ਸਟਾਰ ਅੱਗੇ ਲੈਣ ਦੇ, ਮੰਨ ਲੈਂਦੇ। ਪਰ ਪੁੱਛੋ ਭਾਈ, ਇਕੱਲਿਆਂ ਬਹਿ ਕੇ ਸਿੱਧੂ ਸਾਹਿਬ ਨੂੰ ਪੁੱਛੋ ਤਾਂ ਆਪਣਾ ਪੰਜਾਬ ਏਜੰਡਾ ਲਾਗੂ ਕਰਨਾ ਚਾਹੁੰਦੇ। ਕਹਿੰਦੇ ਦੁੱਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ, ਹੰਸ ਜੀ ਗਾਉਂਦੇ ਹੁੰਦੇ ਆ। ਬਿਹਤਰੀਨ ਚਿਹਰਾ ਨੇ ਹੰਸਰਾਜ ਹੰਸ। ਪੰਜਾਬ ਕਈਆਂ ਨੂੰ ਬਹੁਤ ਆਲੋਚਨਾ ਕਰਨ ਦਾ ਸ਼ੌਂਕ ਹੁੰਦਾ। ਹੰਸਰਾਜ ਹੰਸ ਜਿਹਨਾਂ ਪੈੜਾਂ 'ਚੋਂ ਆਏ ਨੇ ਨਾ, ਜਿਹੜਾ ਉਹ ਸਫੀਪੁਰ ਪਿੰਡ ਦੇ ਵਿੱਚੋਂ, ਜਿੱਥੋਂ ਉਹ ਬੁੱਥਿਆਂ ਦੇ ਵਿੱਚੋਂ ਨਿਕਲ ਕੇ ਔਖਾ ਸੀ ਆਉਣਾ। ਹੁਣ ਲੋਕ ਕਹਿੰਦੇ ਜੀ ਇਹ ਤਾਂ ਪੋਲੀਟੀਸ਼ੀਅਨ ਵਧੀਆ ਨਹੀਂ। ਜਿਹਨੇ ਹੰਸ ਨੂੰ ਸਿੰਗਰ ਵਜੋਂ ਸੁਣਿਆ ਉਹ ਯਾਦ ਕਰਦਾ ਹੋਊਗਾ, ਕਾਹਨੂੰ ਸਾਨੂੰ ਚਾਹ ਪੁੱਛਦਾ। ਐਵੇਂ ਗੱਲਾਂ ਇੱਧਰ ਦੀਆਂ ਇੱਧਰ ਤੁਰ ਪੈਂਦੀਆਂ। ਭਾਸਕਰ ਸਾਹਿਬ ਤੇ ਹੰਸ ਸਾਹਿਬ, ਜਦੋਂ ਉਹ ਗਾਣਾ ਮੈਂ ਹੁਣੇ ਤੁਹਾਨੂੰ ਦੱਸਿਆ, ਉਹ ਗੱਲਾਂ ਤਾਂ ਆਪਣੀ ਜਗ੍ਹਾ ਠੀਕ ਆ ਵੀ BJP ਵਾਲੇ ਹੰਸ ਵਰਗੇ ਚਿਹਰਿਆਂ ਨੂੰ ਸਟੇਜਾਂ ਕਿਉਂ ਨਹੀਂ ਦਿੰਦੇ, ਮੈਨੂੰ ਤਾਂ ਇਹ ਵੀ ਹੈਰਾਨੀ ਹੈ। ਹੰਸ ਪੰਜਾਬ ਦਾ ਦੂਜਾ ਨਵਜੋਤ ਸਿੰਘ ਸਿੱਧੂ ਬਣ ਸਕਦਾ, ਭਾਵੇਂ ਮੁੱਦਾ ਅਲੱਗ ਇਸ਼ੂ ਹੈ, ਲੇਕਿਨ ਸਟੇਜ ਬੰਨਣੀ ਤਾਂ ਆਉਂਦੀ ਨਾ। ਭਗਵੰਤ ਮਾਨ ਵੀ ਤੇ ਸਟੇਜਾਂ ਬਣ ਕੇ ਅੱਗੇ ਵੱਧਦੇ ਫਿਰਦੇ ਆ। ਤੇ ਉਂਝ ਵੈਸੇ ਪੰਜਾਬ ਦੀ ਬੁਨਿਆਦ ਨੂੰ ਵੀ ਹੰਸ ਜਾਣਦੇ। ਵੈਸੇ ਮੈਂ ਗਲਤ ਜੇ ਟਰੈਕ ਤੇ ਨਹੀਂ ਚੜ ਗਿਆ, ਨਹੀਂ ਟਰੈਕ ਠੀਕ ਆ। ਮੈਂ ਫਿਰ ਮੁੜ ਕੇ ਆਉਣਾ ਕਿ ਕੋਈ ਇਹ ਤੇ ਪੁੱਛੇ ਕਿ ਦੁੱਖ ਬੋਲ ਕੇ ਜੇ ਦੱਸਿਆ ਤੇ ਕੀ ਦੱਸਿਆ। ਨਵਜੋਤ ਸਿੰਘ ਸਿੱਧੂ ਕਹਿੰਦੇ ਆ ਵੀ ਮੈਨੂੰ ਤੁਸੀਂ ਮੁੱਖ ਚੇਅਰ ਤੇ ਭੇਜੋ, ਫਿਰ ਮੈਂ ਦੱਸੂਗਾ ਪੰਜਾਬ ਕਿਵੇਂ ਬਚਦਾ। ਉਹ ਕਹਿੰਦੇ ਐਤਕਾਂ ਫੈਸਲੇ ਹੋਣਗੇ। ਪਰ ਇਹ ਕਹਿੰਦੇ ਆ ਵੀ ਯਾਰ ਆਪਾਂ ਤੇ ਤੁਹਾਨੂੰ 4 ਟਿਕਟਾਂ ਦੇਤੀਆਂ, 10 ਦੇਤੀਆਂ, 5 ਦੇਤੀਆਂ, ਤੁਸੀਂ ਇਹਦੇ ਨਾਲ ਸਾਰੋ। ਬੰਦੇ ਨੂੰ ਕੋਈ ਟਿਕਟ ਨਹੀਂ ਚਾਹੀਦੀ। ਉਹ ਕਹਿੰਦਾ ਮੈਨੂੰ ਮੇਰੀ ਇਕੱਲੇ ਦੀ ਟਿਕਟ ਦਿਓ, ਬਾਕੀ ਭਾਵੇਂ ਤੁਸੀਂ ਜੋ ਮਰਜ਼ੀ ਕਰੋ, ਮੈਨੂੰ ਮੇਰੇ ਪੰਜਾਬ ਨੂੰ ਬਚਾਉਣਾ ਹੈ, ਮੈਂ ਆਪਣਾ ਏਜੰਡਾ ਲਾਗੂ ਕਰਨਾ। ਹੁਣ ਵੇਖੋ ਇਹ ਏਜੰਡਾ ਅੱਗੇ ਵੱਧਦਾ ਕਿ ਨਹੀਂ। ਕੀ ਨਵਜੋਤ ਸਿੰਘ ਸਿੱਧੂ ਨੂੰ ਜੇ ਹਰੀ ਝੰਡੀ ਪ੍ਰੋਪਰ ਨਹੀਂ ਮਿਲਦੀ ਤੇ ਉਹ ਉਹਨੇ ਜੋਸ਼ੋ ਖਰੋਸ਼ ਨਾਲ ਤਿੰਨਾਂ ਬੰਦਿਆਂ ਦੀ ਕਲੈਕਟਿਵ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਵਿੱਚ ਚੋਣ ਕੰਪੇਨ ਕਰਨਗੇ? ਕੀ ਉਹ ਇੰਨੇ ਜ਼ੋਰਦਾਰ ਤਰੀਕੇ ਨਾਲ ਇਸ ਕੰਪੇਨ ਨੂੰ ਅੱਗੇ ਵਧਾਉਣਗੇ? ਇਹ ਸਵਾਲ ਪੁੱਛਣ ਵਾਲਾ ਹੈ, ਪੁੱਛਣਾ ਬਣਦਾ ਹੈ। ਭਾਸਕਰ ਸਾਹਿਬ ਮੈਨੂੰ ਦੱਸਿਓ, ਵਧਾ ਲੈਣਗੇ ਜੀ? ਤੁਸੀਂ ਸਵਾਲ ਪੁੱਛ ਰਹੇ ਹੋ, ਮੈਂ ਜਵਾਬ ਦੇ ਦੇਣਾ, ਭਾਵੇਂ ਹਾਈ ਕਮਾਨ ਇਸ ਗੱਲ ਦਾ ਜਵਾਬ ਦੇ ਜਾਂ ਨਾ ਦੇ। ਨਵਜੋਤ ਸਿੰਘ ਸਿੱਧੂ ਨੂੰ 2022 ਜਿਹਦੀ ਚੋਣਾਂ ਪੋਲਿੰਗ ਦੀ 14 ਫਰਵਰੀ ਨੂੰ ਹੋ ਰਹੀ ਹੈ, ਉਹਦੇ ਵਾਸਤੇ ਕਾਂਗਰਸ ਦਾ ਬਤੌਰ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਹਾਈ ਕਮਾਂਡ ਡਿਕਲੇਅਰ ਨਾ ਕਰ ਸਕਦੀ ਹੈ ਨਾ ਕਰੇਗੀ। ਕਲੈਕਟਿਵ ਚਿਹਰੇ ਦੀ ਗੱਲ ਹੋ ਰਹੀ ਹੈ, ਬਸ਼ਰਤੇ ਚੰਨੀ ਉਹਨਾਂ ਨੂੰ ਵੀ ਉਹ ਨਹੀਂ ਡਿਕਲੇਅਰ ਕਰ ਰਹੀ ਅਗਲਾ ਬਤੌਰ ਮੁੱਖ ਮੰਤਰੀ ਦਾ ਕੈਂਡੀਡੇਟ। ਉਹ ਕਹਿੰਦੇ ਨੇ ਵੀ 3 ਚਿਹਰਿਆਂ ਦੇ ਇਲੈਕਸ਼ਨ ਹੋਣਗੇ। ਜਾਖੜ ਸਾਹਿਬ ਭਾਵੇਂ ਉਹ ਇਲੈਕਸ਼ਨ ਨਹੀਂ ਵੀ ਲੜ ਰਹੇ, ਪਰ ਉਹ ਵੀ ਇੱਕ ਚਿਹਰੇ ਦੇ ਰੂਪ ਵਿੱਚ ਕਾਂਗਰਸ ਦੇ ਪੋਸਟਰ ਦੇ ਵਿੱਚ ਨਜ਼ਰ ਆਉਣਗੇ ਕਿ ਜੇ ਅਗਲੀ ਵਾਰ ਸਰਕਾਰ ਆਉਂਦੀ ਹੈ, ਜਾਖੜ ਸਾਹਿਬ ਨੂੰ ਭਾਵੇਂ ਬਾਈ ਇਲੈਕਸ਼ਨ ਲੜਾ ਦਈਏ, ਜੇ ਹਾਈਕਮਾਨ ਨੇ ਮਨ ਬਣਾ ਲਿਆ ਮੁੱਖ ਮੰਤਰੀ ਬਣਾਉਣ ਦਾ ਤੇ ਬਣਾਉਣਗੇ। ਹੁਣ ਆਸ ਨਵਜੋਤ ਸਿੰਘ ਸਿੱਧੂ ਕੋਲ ਆਹੀ ਹੈ, ਪਰ ਉਹਨਾਂ ਨੂੰ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ। ਜਿੱਦਾਂ ਮੇਰੇ ਨਾਲ ਪਹਿਲੇ ਹੁੰਦੀ ਰਹੀ ਹੈ, ਅੱਗੇ ਵੀ ਕਿਤੇ ਉੱਦਾਂ ਹੀ ਨਾ ਹੋਏ
ਜੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੇ ਉਹਦੀ ਵਜ੍ਹਾ ਹੈ, ਉਹਦਾ ਰੀਜ਼ਨ ਹੈ, ਵੈਲਿਡ ਗਰਾਊਂਡ ਹੈ। ਕਾਰਨ ਕਿ ਕੋਈ ਵੀ ਸਰਕਾਰ, ਕੋਈ ਵੀ ਪਾਰਟੀ ਐਦਾਂ ਜਦ ਉਹ ਖੁਦ ਸ਼ਿਓਰ ਨਾ ਹੋਏ ਕਿ ਅਗਲਾ ਸੀਐਮ ਕੌਣ ਬਣਾਇਆ ਜਾਏਗਾ, ਉਹਦੇ ਉੱਤੇ ਤੇ ਫਿਰ 3 ਪੋਸਟਰਾਂ ਦੇ ਵਿੱਚ 3 ਫੋਟੋ ਜਦ ਲਾਈ ਜਾਂਦੀ ਹੈ ਤੇ ਨੰਬਰ ਤੇ ਕਿਸੇ ਦਾ ਵੀ ਲੱਗ ਸਕਦਾ, ਹੋ ਸਕਦਾ ਉਹ ਚੌਥਾ ਹੋਏ। ਸਿੱਧੂ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ, ਪਰ ਹੁਣ ਭੰਡੀ ਪਾਉਣ ਦਾ ਮੌਕਾ ਨਹੀਂ ਹੈਗਾ। ਚੋਣ ਦਾ ਬਿਗੁਲ ਵੱਜ ਚੁੱਕਿਆ ਹੈ। ਆਓ ਮੈਦਾਨ 'ਚ ਸਾਬਿਤ ਕਰੋ, ਫਿਰ ਅੱਗੇ ਮੁੱਖ ਮੰਤਰੀ ਦੀ ਕੁਰਸੀ ਦੀ ਤਰਫ ਨਜ਼ਰ ਕਰੋ। ਗੱਲ ਤੇ ਸਾਰੀ ਆ ਹੈ ਜੀ। ਭਾਸਕਰ ਸਾਹਿਬ, ਆਪਾਂ ਇੱਕ ਦਿਨ ਲਈ ਬ੍ਰੇਕ, ਠੀਕ ਹੈ ਜੀ। ਉਹ ਕਈ ਵਾਰੀ ਕੀ ਹੁੰਦਾ ਵੀ ਤੁਸੀਂ ਨਾ ਰੰਗੇ ਹੱਥੀ ਫੜੇ ਜਾਂਦੇ ਹੋ। ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੜੇ ਪਿਆਰੇ ਵਾਈਸ ਚਾਂਸਲਰ ਨੇ ਸਰਦਾਰ ਜਸਪਾਲ ਸਿੰਘ ਸੰਧੂ, ਉਹਨਾਂ ਦਾ ਮੈਸੇਜ ਵੱਜਦਾ ਕਦੇ ਕਿੱਥੇ ਹੋ, ਤਾਂ ਐ ਨਹੀਂ ਲੱਗਦਾ ਜਿੱਦਾਂ ਕਲਾਸ ਵਿੱਚੋਂ ਬੰਕ ਮਾਰਿਆ ਹੋਵੇ ਤੇ ਬੰਦਾ ਮਾਰਕੀਟ 'ਚ ਫੜਿਆ ਜਾਵੇ। ਹਾਲਾਂਕਿ ਮੈਨੂੰ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਰ ਟੀਚਰ ਔਰ ਹਰ ਵਾਈਸ ਚਾਂਸਲਰ ਦੇ ਵਿੱਚੋਂ ਆਪਣੇ ਉਸਤਾਦ ਨਜ਼ਰ ਆਉਂਦੇ ਆ। ਅਸੀਂ ਹੁਣ ਪ੍ਰੋਮਿਸ ਕਰਦੇ ਹਾਂ ਵੀ ਬੰਕ ਘੱਟ ਮਾਰਾਂਗੇ। ਬਹੁਤ ਸਾਰੇ ਮੈਸੇਜ, ਬਹੁਤ ਸਾਰੀਆਂ ਐਸੀਆਂ ਫੋਨ ਕਾਲਸ ਜਿਹੜੀਆਂ ਕਈ ਵਾਰੀ ਅਟੈਂਡ ਵੀ ਨਹੀਂ ਹੁੰਦੀਆਂ, ਤੇ ਬਹੁਤ ਸਾਰੇ ਸ਼ਿਕਵੇ ਤੇ ਬਹੁਤ ਜਗ੍ਹਾ ਪਿਆਰ ਕਿ ਤੁਸੀਂ ਠੀਕ ਤਾਂ ਹੈਗੇ ਹੋ, ਉਹਦੇ ਲਈ ਰੂਹ ਤੋਂ ਰਣੀ ਆ ਧੰਨਵਾਦ। ਔਰ ਖਾਸ ਤੌਰ ਤੇ ਆਪਣੇ ਉਸਤਾਦ ਲੋਕ ਜਿਨ੍ਹਾਂ ਨੇ ਸਾਨੂੰ ਅਜੇ ਵੀ ਇੱਜ਼ਤ ਬਖਸ਼ੀ ਹੋਈ ਆ। ਮੈਂ ਜਾਂਦੇ ਜਾਂਦੇ ਇਹ ਜ਼ਰੂਰ ਤੁਹਾਨੂੰ ਪੁੱਛਣਾ ਹੈ ਕਿ ਅੱਜ ਇੱਕ ਲਿਸਟ ਜਾਰੀ ਹੋਣੀ ਸੀ, ਹਾਲਾਂਕਿ ਅੱਜ ਬਿਕਰਮ ਸਿੰਘ ਮਜੀਠੀਆ ਵੀ SIT ਅੱਗੇ ਪੇਸ਼ ਹੋਏ, ਜ਼ਿਆਦਾ ਅੰਕੜੇ ਤਾਂ ਆਏ ਨਹੀਂ। ਇਹ ਇੱਕ ਖਬਰ ਨਿਕਲ ਕੇ ਆ ਰਹੀ ਸੀ ਅਜੀਤ ਅਖਬਾਰ ਦੀ ਕਿ ਉਹ ਸਵੇਰੇ 11:30 ਵਜੇ ਉੱਥੇ ਪਹੁੰਚੇ ਪੇਸ਼ ਹੋਣ ਲਈ। ਇੱਕ FIR ਨਵੀਂ ਵੀ ਹੋਈ ਜਿਹੜੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਗੱਲ ਬਿਕਰਮ ਸਿੰਘ ਮਜੀਠੀਆ ਖਿਲਾਫ। ਛੱਡ ਦਿੰਦੇ ਇਸ ਗੱਲ ਨੂੰ, ਬਹੁਤ ਲੰਬਾ ਲੰਘ ਆਏ ਆ, ਪਰ ਮੈਂ ਤੁਹਾਡੇ ਕੋਲ ਜਾਂਦੇ ਟਿੱਪਣੀ ਜ਼ਰੂਰ ਲੈਣੀ ਆ। ਸੁਣਿਆ ਰਾਜੇਵਾਲ ਸਾਹਿਬ ਤਕਲੀਫ ਜੀ ਮਹਿਸੂਸ ਕਰਦੇ ਆ ਕਿ ਯਾਰ ਤੁਸੀਂ ਜਿਹੜੇ ਵਿਵਾਦਾਂ ਦੇ ਵਿੱਚ ਘੱਟੋ ਘੱਟ ਜੇ ਕੋਈ ਚਾਹੁੰਦਾ ਹੈ, ਕੋਈ ਦਾਅਵਾ ਕਰੀ ਜਾਂਦਾ ਸਾਨੂੰ 5 ਸੀਟਾਂ ਦਿਓ, ਕੋਈ 4 ਦਿਓ, ਬੰਦਿਆਂ ਦੇ ਉੱਤੇ ਆਓ। ਅਹੁਦੇਦਾਰ, ਉਮੀਦਵਾਰ, ਕੈਂਡੀਡੇਟ ਬਿਹਤਰ ਹੋਣੇ ਚਾਹੀਦੇ ਆ। ਭਾਈ ਭਤੀਜਾਵਾਦ, ਇਹ ਭਾਈ ਬੰਦੀਆਂ ਛੱਡ ਦਿਓ। ਮੈਰਿਟ ਦੇ ਆਧਾਰ ਤੇ ਚੰਗੇ ਬੰਦਿਆਂ ਨੂੰ ਅੱਗੇ ਵਧਾਓ, ਕਿਉਂਕਿ ਲੋਕਾਂ ਦੀ ਕਿਸਾਨ ਮੋਰਚੇ ਤੋਂ ਚੇਤਨਾ ਦੇ ਲਿਹਾਜ਼ ਨਾਲ ਉਮੀਦ ਵੱਧਦਾ ਉਹ ਨਹੀਂ ਚਾਹੁੰਦੇ ਮੈਂ ਤਕਲੀਫ ਚਾਹਾਂ। ਇਹ ਜਿਹੜੀ 16 ਤਰੀਕ ਨੂੰ ਲਿਸਟ ਜਾਰੀ ਹੋਣੀ ਸੀਗੀ ਉਹ ਅੱਗੇ ਵੱਧ ਗਈ ਆ। ਹਾਲਾਂਕਿ 1 ਦਿਨ 2 ਦਿਨ ਪਹਿਲਾਂ ਕਹਿੰਦੇ ਸੀ ਜਿਹੜੀਆਂ ਫਾਈਲਾਂ ਬਣੀਆਂ, ਕੈਂਡੀਡੇਟਸ ਨੇ ਅਪਲਾਈ ਕੀਤਾ, ਉਹ ਵੀ ਆਪਣੇ ਘਰ 1 ਦਿਨ ਲੈ ਗਏ, ਕਹਿੰਦੇ ਮੈਂ ਜਾ ਕੇ ਨਿੱਠ ਕੇ ਦੇਖਦਾ ਹਾਂ। ਹੋਰ ਵੀ ਬਹੁਤ ਸਾਰੇ ਲੋਕ ਲਾਏ ਹੋਏ ਆ, ਫਿਰ ਵੀ ਰਾਜੇਵਾਲ ਉਨੀ ਤਸੱਲੀ 'ਚ ਨਹੀਂ ਗਏ। ਮੈਨੂੰ ਟਿੱਪਣੀ ਦਿਓ। 18 ਨੂੰ ਕਹਿੰਦੇ ਹੁਣ ਲਿਸਟ ਜਾਰੀ ਹੋ ਸਕਦੀ ਆ, ਕੱਲ ਦੇਰ ਸ਼ਾਮ ਨੂੰ 17 ਨੂੰ ਵੀ ਦੇਰ ਸ਼ਾਮ ਨੂੰ ਆ ਸਕਦੀ, ਕੀ ਕਹਿੰਦੇ ਹੋ? ਰਫੜ ਤੇ ਪਿਆ ਹੋਇਆ ਕਿਸਾਨਾਂ ਦੇ ਵਿੱਚ ਵੀ ਲੜਨੇ ਸੀ ਯੂਨਾਈਟਿਡ ਹੋ ਕੇ ਇਲੈਕਸ਼ਨ, ਪਰ ਇਲੈਕਸ਼ਨ ਦੇ ਮੁੱਦੇ ਤੇ ਸਾਰੀ ਕਿਸਾਨ ਜਥੇਬੰਦੀ ਆ ਹੁਣ ਤੱਕ 17 ਕੁ ਰਹਿ ਗਈਆਂ। ਕਹਿੰਦੇ ਸੀ ਬਈ 22 ਹੈਗੀ ਹੈ, 25-26 ਹੋ ਜਾਣਗੀਆਂ, ਪਰ ਹੁਣ 17 ਤੋਂ ਵੀ ਘੱਟ। ਲੇਕਿਨ ਜਿਸ ਤਰੀਕੇ ਨਾਲ ਟਿਕਟ ਦੀ ਵੰਡ ਸ਼ੁਰੂ ਹੋਈ, 14 ਤਰੀਕ ਸ਼ਾਮ ਨੂੰ 5 ਵਜੇ ਦਾ ਟਾਈਮ ਸੀਗਾ, 12 ਤਰੀਕ ਨੂੰ ਹੀ 10 ਟਿਕਟਾਂ ਡਿਕਲੇਅਰ ਕਰ ਦਿੱਤੀ ਗਈ। ਹੁਣ ਉਹਨਾਂ 10 ਟਿਕਟਾਂ ਦੇ ਉੱਤੇ ਵੀ ਰਫੜ ਪਿਆ ਸੀ ਔਰ ਕਿਹਾ ਜਾ ਰਿਹਾ ਸੀ ਵੀ ਅੱਜ 40-50 ਟਿਕਟਾਂ ਹੋਰ ਅਨਾਉਂਸ ਕਰਨੀ ਸੀਗੀ। ਉਹਦੇ ਵਿੱਚ ਵੀ ਉਸ ਮੈਰਿਟ ਦਾ, ਉਸ ਸਕਰੂਟਨੀ ਦਾ ਕੋਈ ਕੰਮ ਨਹੀਂ ਹੋਇਆ ਸੀਗਾ। ਪਰ ਉਸ ਤੋਂ ਪਹਿਲੇ ਅਗਰ ਟਿਕਟਾਂ ਅਨਾਉਂਸ ਹੋ ਜਾਂਦੀ ਤੇ ਬਹੁਤ ਜ਼ਬਰਦਸਤ ਰਫੜ, ਜਿਹੜਾ ਕਾਂਗਰਸ ਦੀ ਬਗਾਵਤ ਤੇ ਹਜੇ ਦੇਖ ਰਹੇ ਹਾਂ, ਜਦ ਕਿ ਉਸ ਲਿਸਟ ਯਾਨੀ ਪੁਰਾਣੀ ਲਿਸਟ ਤੇ ਬਹੁਤੀ ਛੇੜਛਾੜ ਨਹੀਂ ਕੀਤੀ ਗਈ। ਇੱਥੇ ਤੇ ਸਾਰੀ ਹੋ ਹੀ ਛੇੜਛਾੜ ਰਹੀ ਹੈ। ਟਿਕਟਾਂ ਦੀ ਵੰਡ ਵੀ ਕਿਸਾਨੀ ਜਥੇਬੰਦੀਆਂ ਏਦਾਂ ਕਰ ਰਹੀਆਂ ਵੀ ਰੰਧਾਵਾ ਜੀ 4 ਤੁਹਾਡੇ, 4 ਮੇਰੇ, 6 ਤੇਰੇ, 10 ਤੂੰ ਲੈ ਲੈ, 11 ਮੈਂ ਲੈ ਲਾਂਗਾ। ਮੈਨੂੰ ਇਹ ਲੱਗਦਾ ਕਿ ਵੀ ਇਹ ਕੋਈ ਤਰੀਕਾ ਬਹੁਤ ਵਧੀਆ ਨਹੀਂ ਹੈਗਾ। ਔਰ ਜਿਹੜੇ ਪੱਤਰਕਾਰ ਵੀ ਇਸ ਕਮੇਟੀ ਦੇ ਬਣਾਏ ਗਏ ਸੀ ਨਾ, ਉਹ ਵੀ ਲੁਕਦੇ ਛੁਪਦੇ ਰਹੇ। ਕਿਉਂਕਿ ਜਿਸ ਤਰੀਕੇ ਨਾਲ ਟਿਕਟਾਂ ਦੀ ਵੰਡ ਹੋ ਰਹੀ ਹੈ ਉਹ ਕੋਈ ਤਰੀਕਾ ਨਹੀਂ ਹੈ, ਉਹ ਕੋਈ ਡੈਮੋਕ੍ਰੈਟਿਕ ਪ੍ਰੋਸੈਸ ਨਹੀਂ ਹੈ। ਕਿਉਂਕਿ ਵਿਨੇਬਿਲਿਟੀ ਸਾਰੀ ਪਾਰਟੀਆਂ ਦੇਖਦੀ ਹੈ ਕਿ ਜਦ ਆਪਾਂ ਕਿਸੇ ਨੂੰ ਟਿਕਟ ਦੇ ਦਿੰਦੇ ਆ ਤੇ ਉਸ ਪਰਟੀਕੂਲਰ ਕੈਂਡੀਡੇਟ ਦੀ ਕਿੰਨੀ ਕੁ ਵਿਨੇਬਿਲਿਟੀ ਹੈ। ਇੱਥੇ ਤੇ ਵਿਨੇਬਿਲਿਟੀ ਦੀ ਗੱਲ ਹੀ ਨਹੀਂ ਰਹੀ। ਇੱਥੇ ਤੇ ਬਈ ਤੂੰ ਲੈ ਜਾ 4, 6 ਤੂੰ ਲੈ ਜਾ। ਪਰ ਇਸ ਗੱਲਾਂ ਕਰਕੇ ਹੀ ਨਵੀਂ ਕਾਂਗਰਸ ਜਥੇਬੰਦੀ ਸੰਯੁਕਤ ਸਮਾਜ ਮੋਰਚਾ ਦੀ ਬਹੁਤੀ ਕੋਈ ਬਜ਼ ਕ੍ਰੀਏਟ ਨਹੀਂ ਹੋ ਪਾ ਰਹੀ ਪੋਲੀਟੀਕਲ ਸੀਨ ਦੇ ਵਿੱਚ। ਇਹ ਆਪਣੇ ਆਪ ਵਿੱਚ ਇੱਕ ਚਿੰਤਾਜਨਕ ਗੱਲ ਹੈਗੀ ਹੈ ਉਹਨਾਂ ਕਿਸਾਨ ਜਥੇਬੰਦੀਆਂ ਵਾਸਤੇ ਜੋ ਆਪਣਾ ਨਵਾਂ ਰਾਜਨੀਤਿਕ ਜਨਮ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਸਹੀ ਨੀਅਤ ਨਾਲ ਔਰ ਸਹੀ ਅਕਲ ਨਾਲ ਨਹੀਂ ਕੰਮ ਕੀਤਾ ਤੇ ਖੜੇ ਹੋਣ ਤੋਂ ਪਹਿਲੇ ਹੀ ਗਿਰ ਜਾਓਗੇ। ਭਾਸਕਰ ਸਾਹਿਬ, ਅਸੀਂ ਕਾਫੀ ਅੱਗੇ ਲੰਘ ਗਏ ਆ। ਉਮੀਦ ਕਰੀਏ ਕਿ ਪੰਜਾਬ ਨੂੰ ਬਦਲਾਅ ਵੱਲ ਵੱਧਦੇ ਹੱਥ, ਦਿਮਾਗ, ਰੌਸ਼ਨ ਦਿਮਾਗ
ਪੰਜਾਬ ਨੂੰ ਬਦਲਣ ਦਾ ਮਾਦਾ ਰੱਖਣ ਵਾਲੇ ਲੋਕ ਅੱਗੇ ਵਧਣ। ਮੈਂ ਤਾਂ ਇਸ ਮੂਵਮੈਂਟ ਤੇ ਜ਼ਰੂਰ ਕਹੂੰਗਾ, ਕਿਸੇ ਵੀ ਪਾਰਟੀ ਤੋਂ ਕੋਈ ਵੀ ਚੰਗਾ ਵਿਅਕਤੀ ਆਉਂਦਾ ਚੁਣ ਲਓ। ਵਿਧਾਨ ਸਭਾ ਦੇ ਵਿੱਚ ਜੇ ਕਿਧਰੇ ਬਹਿਸਾਂ ਹੋਣ, ਵੈਸੇ ਬਦਕਿਸਮਤੀ ਆ, ਹੁਣ ਬਹਿਸ ਕਿੱਥੇ ਹੁੰਦੀ ਹੈ। ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਜਿਹੜੇ ਨੇ ਰਾਣਾ ਕੇਪੀ, ਬਹੁਤ ਪਿਆਰੇ ਇਨਸਾਨ ਨੇ ਸਾਡੇ। ਮੈਂ ਨਿੱਜੀ ਤੌਰ ਤੇ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਸਾਡੇ ਬਹੁਤ ਜ਼ਿਆਦਾ ਇੱਜ਼ਤਦਾਰ ਤਰੀਕੇ ਦੇ ਰਿਸ਼ਤੇ ਨੇ। ਉਹਨਾਂ ਨੇ ਬਹੁਤ ਚੰਗਾ ਯਤਨ ਕੀਤਾ ਕਿ ਅਸੀਂ ਵਿਧਾਨ ਸਭਾ ਨੂੰ ਬਿਹਤਰ ਚਲਾ ਸਕੀਏ, ਪਰ ਅਫਸੋਸ ਸੱਤਾਧਾਰੀ ਪਾਰਟੀ ਕਦੇ ਵੀ ਇਹ ਲੰਬੇ ਸੈਸ਼ਨ ਬੁਲਾਉਣ 'ਚ ਦਿਲਚਸਪੀ ਰੱਖਦੀ ਨਹੀਂ, ਰੁਚਿਤ ਹੀ ਨਹੀਂ ਹੁੰਦੀ। ਆਖਰ ਕਿਉਂ? ਪੰਜਾਬ ਦੇ ਕੋਨੇ-ਕੋਨੇ ਤੋਂ ਚੁਣ ਕੇ ਆਏ ਲੋਕ ਪੰਜਾਬ ਦੇ ਕੋਨੇ-ਕੋਨੇ 'ਚੋਂ ਬੈਠੇ ਲੋਕਾਂ ਦੀ ਤਰਜਮਾਨੀ ਤੇ ਨੁਮਾਇੰਦਗੀ ਕਰਦੇ ਆ। ਮਸਲੇ ਕਿਤੇ ਉੱਠਣ ਤਾਂ ਸਹੀ, ਕਿਧਰੇ ਬਹਿਸਾਂ ਹੋਣ ਤਾਂ ਸਹੀ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਕਿ ਡਿਸਕਸ਼ਨ ਅੱਗੇ ਵਧਣੀ ਚਾਹੀਦੀ ਆ। ਅਸੀਂ ਡਿਬੇਟ ਦੀ ਗੱਲ ਹੀ ਨਹੀਂ ਕਰਦੇ। ਅਸੀਂ ਨਹੀਂ ਕਹਿੰਦੇ ਵੀ ਇੱਕ ਦੂਜੇ ਦੇ ਗਲਾਂ ਨੂੰ ਹੱਥ ਪਾ ਲਓ, ਅਸੀਂ ਨਹੀਂ ਕਹਿੰਦੇ ਵੀ ਪੱਗਾਂ ਉਛਾਲ ਦਿਓ, ਇੱਕ ਦੂਜੇ ਨੂੰ ਗਾਲੋ ਗਾਲੀ ਹੋ ਜਾਓ। ਡਿਸਕਸ਼ਨ 'ਚ ਤਾਂ ਆਓ, ਚਰਚਾ ਤਾਂ ਕਰੋ, ਬਹਿਸ ਨਾ ਕਰੋ, ਲੜੋ ਨਾ। ਇਹ ਵਿਧਾਨ ਸਭਾਵਾਂ ਸ਼ਾਂਤ ਨੇ, ਚੁੱਪ ਨੇ, ਖਾਮੋਸ਼ ਨੇ। ਇਹਨਾਂ ਖਾਮੋਸ਼ੀਆਂ ਦੇ ਰੂਬਰੂ ਡੈਮੋਕ੍ਰੈਟਿਕ ਸੈਟਅਪ ਮਰ ਜਾਂਦਾ ਹੈ, ਲੋਕਤੰਤਰ ਖੁਦਕੁਸ਼ੀ ਕਰ ਜਾਂਦਾ ਹੈ। ਇਹ ਲਫ਼ਜ਼ ਭਾਰੇ ਨਹੀਂ ਗੇ, ਇਹ ਉਹ ਤਕਲੀਫ ਆ ਜਿਹੜੀ ਤਕਲੀਫ ਲੋਕਾਂ ਨੇ ਲਹਿਰ ਦੇ ਰੂਪ ਦੇ ਵਿੱਚ ਪੋਲੀਟੀਸ਼ੀਅਨਸ ਤੇ ਅੱਗੇ ਰੱਖਣੀ ਹੁੰਦੀ ਆ। ਇੰਜ ਨਾ ਕਰੋ, ਨਾ ਕਰੋ। ਲੇਕਿਨ ਅਫਸੋਸ ਸਾਰੀਆਂ ਪਾਰਟੀਆਂ ਜਿਹੜੀਆਂ ਪਿਛਲੇ 20 ਸਾਲ ਤੋਂ ਬਦਲ ਕੇ ਆਈਆਂ ਲਗਭਗ ਇੱਕੋ ਹੀ ਨੇ। ਚਾਰ ਵਾਰੀ ਕੈਪਟਨ 2 ਵਾਰੀ ਕੈਪਟਨ ਅਮਰਿੰਦਰ, 2 ਵਾਰੀ ਬਾਦਲ ਕੇ 4 ਵਾਰੀ, ਇਹ ਚਾਰੇ ਵਾਰੀ ਇਹੀ ਜ਼ਿੰਮੇਵਾਰ ਨੇ। ਕਿਉਂ ਜ਼ਿੰਮੇਵਾਰ ਨਾ ਹੋਣ? ਕਿਉਂ ਨਹੀਂ ਆਪਣੇ ਲੋਕਾਂ ਨੂੰ ਬੋਲਣ ਦਾ ਮੌਕਾ ਦਿੰਦੇ? ਆਖਰ ਵਿਧਾਨ ਸਭਾ ਖੜੀ ਕਿਸ ਕੰਮ ਲਈ ਕੀਤੀ ਜਾਂਦੀ ਹੈ? ਲੋਕਾਂ ਦਾ ਸਰਮਾਇਆ ਕਿਉਂ ਲਾਇਆ ਜਾਂਦਾ ਇਹਨਾਂ ਪੋਲੀਟੀਸ਼ੀਅਨਸ ਤੇ, ਚੁਣੇ ਹੋਏ ਨੁਮਾਇੰਦਿਆਂ ਤੇ? ਜੇ ਇਹਨਾਂ ਨੇ ਕੋਈ ਬਿਜ਼ਨਸ ਨਹੀਂ ਕਰਨਾ, ਸਰਕਾਰੀ ਬਿਜ਼ਨਸ ਤਹਿਸ ਨਹਿਸ ਹੋ ਜਾਂਦੇ ਆ, ਨਿੱਜੀ ਮਹੱਲ ਉਸਰਦੇ ਰਹਿੰਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।